ਵਾਹਿਗੁਰੂ ਜੀ ਕੀ ਫਤਿਹ। बसंत की वार महल पंजवा, एक ओंकार सतगुर प्रसाद। हर का नाम ते आई कै हो हरिया पाई, करम लिखन ते पाइए ए है रुत सुहाई। त्रिंद्र पवन मोलिया अमृत फल पाए, मिल साधु सुख उपजै, लथी सब छाई। नानक सिमरै एक नाम, फिर पहाड़ ना ताई। हर हर नाम जपंत्या कछ न कहे जमकाल, नानक मन तन सुखी होए अंते मिले गोपाल। पंजे बदे महाबली कर सच्चा डोआ, अपने चरण जपाई अने विच दे खड़ोआ। रोग सोग सब मिट गए नित नवा निरोआ, दिन रहण नाम ते आएंदा, फिर पाए न हुआ। जिसते उपजिया नानका, सोई फिर हुआ। काम क्रोध यार लोभ मोह बिनस जाए में, नानक प्रभ शरणागति कर प्रसाद गुर दे। संगत जी, ਅੱਜ ਅਸੀਂ ਸ਼ਬਦ ਕਰਾਂਗੇ ਭਗਤ ਰਾਮਾਨੰਦ ਜੀ ਦਾ ਹੈ। ਬਸੰਤ ਦੀ ਬਾਣੀ ਜੋ ਹੈ, ਊਹਾਂ ਤੋਂ ਜਾਈਏ ਜੋ ਈਹਾਂ ਨਾ ਹੋਏ। ਊਹਾਂ ਤੋਂ ਜਾਈਏ, ਉੱਥੇ ਮੈਂ ਕਿਉਂ ਜਾਵਾਂ, ਉੱਥੇ ਮੈਂ ਕਿਉਂ ਜਾਵਾਂ ਜੋ ਈਹਾਂ ਨਾ। ਉੱਥੇ ਮੈਂ ਕੀ ਕਰਨ ਜਾਵਾਂ ਜੋ ਮੇਰੇ ਇੱਥੇ ਨਹੀਂ ਹੈ। ਅਸੀਂ ਕਹਿੰਦੇ ਆ ਨਾ, ਇਹ ਜਦ ਚੀਜ਼ ਘਰ 'ਚ ਮੌਜੂਦ ਹੈ ਤੇ ਫਿਰ ਅਸੀਂ ਉੱਥੇ ਕਿਉਂ ਜਾਈਏ। ਤੇ ਇੱਥੇ ਹੀ ਰਾਮਾਨੰਦ ਜੀ, ਭਗਤ ਰਾਮਾਨੰਦ ਜੀ ਕਹਿ ਰਹੇ ਹੈ, ਉੱਥੇ ਤੇ ਮੈਂ ਤਾਂ ਜਾਵਾਂ ਨਾ ਕਿ ਜੇ ਮੇਰੇ ਘਰ 'ਚ ਉਹ ਨਾ ਹੋਵੇ। ਉੱਥੇ ਕੀ, ਉੱਥੇ ਦਾ ਮਤਲਬ ਕੀ ਹੈ ਜਾਂ ਇੱਥੇ ਦਾ ਮਤਲਬ ਕੀ ਹੈ। ਉੱਥੇ ਦਾ ਮਤਲਬ ਹੈ ਊਹਾਂ ਤੋਂ ਜਾਈਏ। ਉੱਥੇ ਮੈਂ ਤਾਂ ਹੀ ਜਾਵਾਂ ਜੇ ਮੇਰੇ ਇਹ ਘਰ 'ਚ ਮੌਜੂਦ ਨਾ ਹੋਵੇ। ਕਿੱਥੇ ਮੈਂ ਨਾ ਜਾਵਾਂ, ਇੱਥੇ ਇਹ ਸ਼ੁਰੂ ਹੁੰਦਾ, ਇਹ ਵਿੱਚੋਂ ਦੀ ਪੰਕਤੀ ਲਿੱਤੀ ਹੋਈ ਹੈ। वेद पुराण सब देखे जोए, कि मैं सारे वेद पुराण मैं सारे पढ़ के वेख लिते ने। वेदा पुराणा चों भी यही मैनू ज्ञान होया है, यही मैनू समझ आई है कि जो चीज मेरे घर दे अंदर है ओनू मैं बाहर खोजन वास्ते क्यों जावां। और इत्थे संगत जी भाव है कि जिस तरह कस्तूरी और हिरन अपने अंदर रखी हुंदी है और बाहर जाके लभदा है, इसे तरह परमात्मा ने साडे अंदर अपना नाम बाणी अपनी जोत रख के सानू इस धरती ते भेजिया है। ते ये बाणी भी कहंदी है कि बंदे दिल खोज हर रोज, कि ये जो साडे अंदर ही परमात्मा मौजूद है, असी अपने मन नू ही खोजना है। ते इत्थे भगत जी की कह रहे ने, क्योंकि संगत जी जदों कोई नाम बाणी दे नाल जुड़दा है, कोई सिमरन करदा है और जदों ओनू ज्ञान प्राप्त हो जाता है, फिर ओनू यही ज्ञान प्राप्त हुंदा है कि परमात्मा साडे अंदर है। असी इक्को जगह बैठ के भगती करनी है। कबीर जी ने अगर भगती कीती ते उन्होंने अपना रिजक कमाते हुए अपने स्थान ते बैठ के ही भगती कीती, और ऐनी भगती कीती कि गंगा जी ने उन्होंने उत्थे
ਉੱਥੇ ਆ ਕੇ ਦਰਸ਼ਨ ਦਿੱਤੇ। ਹੁਣ ਸੰਗਤ ਜੀ ਅਸੀਂ ਵੀ ਦੇਖਦੇ ਆ ਨਾ, ਭਗਤ ਜਿੱਥੇ ਵੀ ਬੈਠਾ ਭਗਤੀ ਕਰ ਰਿਹਾ ਹੁੰਦਾ ਹੈ, ਪ੍ਰਭੂ ਪਰਮਾਤਮਾ ਉਹਨੂੰ ਉਹਦੀ ਜਗ੍ਹਾ ਤੇ ਉੱਥੇ ਹੀ ਜਾ ਕੇ ਦਰਸ਼ਨ ਦਿੰਦੇ ਨੇ। ਭਗਤ ਨੂੰ ਨਹੀਂ ਇੱਧਰ ਉੱਧਰ ਜਾ ਕੇ ਫਿਰਨਾ ਪੈਂਦਾ, ਲੱਭਣਾ ਪੈਂਦਾ, ਤੇ ਭਗਤ ਆਪਣੀ ਜਗ੍ਹਾ ਤੇ ਬੈਠ ਕੇ ਬੰਦਗੀ ਕਰਦੇ ਨੇ ਔਰ ਪ੍ਰਭੂ ਆਪ ਆਂਦੇ ਨੇ ਤੁਰ ਕੇ। ਦੇਖੋ ਪ੍ਰਭੂ ਵੀ ਆਪਣੇ ਭਗਤ ਦੇ ਅੱਗੇ ਨੀਵੇਂ ਹੋ ਜਾਂਦੇ ਨੇ ਕਿ ਜਿੱਥੇ ਉਹਨੂੰ ਭਗਤ ਯਾਦ ਕਰਦਾ ਹੈ ਪਰਮਾਤਮਾ ਉਹਨੂੰ ਉੱਥੇ ਹੀ ਜਾ ਕੇ ਮਿਲਦੇ ਨੇ। ਤੇ ਇੱਥੇ ਭਗਤ ਜੀ ਕੀ ਲਿਖਦੇ ਨੇ, ਰਾਮਾਨੰਦ ਜੀ ਲਿਖਦੇ ਨੇ, ਕਤ ਜਾਈਏ ਰੇ ਕਰ ਲਾਗੋ ਰੰਗ, ਕਿ ਮੈਂ ਕਿੱਥੇ ਜਾਵਾਂ ਜੇ ਮੇਰੇ ਘਰ 'ਚ ਹੀ ਰੰਗ ਲੱਗਾ ਹੋਇਆ, ਜੇ ਮੇਰੇ ਮਨ ਦੇ ਅੰਦਰ ਇਹ ਘਰ, ਇਹ ਜਿਹੜਾ ਇਹ ਮੇਰਾ ਹਿਰਦੇ ਰੂਪੀ ਘਰ ਹੈ, ਇਹ ਜਿਹੜਾ ਮੇਰਾ ਸਰੀਰ ਹੈ, ਜਿਹੜਾ ਮੇਰਾ ਹਿਰਦੇ ਹੈ, ਇਹਦੇ ਵਿੱਚ ਅਗਰ ਪਰਮਾਤਮਾ ਇਹ ਮੇਰੇ ਅੰਦਰ ਵਸਿਆ ਹੋਇਆ ਹੈ ਤੇ ਮੈਂ ਦੂਜੀ ਜਗ੍ਹਾ ਕਿਉਂ ਜਾਵਾਂ। ਮੇਰਾ ਚਿੱਤ ਨਾ ਚਲੇ ਮਨ ਭਇਓ ਪੰਗ। ਪੰਗ ਹੁੰਦਾ ਹੈ ਸੰਗਤ ਜੀ ਜੋ ਪਿੰਗੁਲਾ ਹੁੰਦਾ ਹੈ, ਜੋ ਤੁਰ ਫਿਰ ਨਹੀਂ ਸਕਦਾ, ਉਹ ਇੱਕੋ ਸਥਾਨ ਤੇ ਬੈਠਾ ਰਹਿੰਦਾ ਹੈ। ਤੇ ਇੱਥੇ ਭਗਤ ਜੀ ਨੇ ਕੀ ਲਿਖਿਆ ਹੈ ਕਿ ਮੇਰਾ ਚਿੱਤ ਨਾ ਚਲੇ, ਕਿ ਮੇਰਾ ਹੁਣ ਚਿੱਤ ਹੋਰ ਕਿਤੇ ਨਹੀਂ ਦੌੜਦਾ। ਜਦੋਂ ਸੰਗਤ ਜੀ ਸਾਡਾ ਮਨ ਪਰਮਾਤਮਾ 'ਚ, ਸਾਡੇ ਕਿਸੇ ਚੀਜ਼ 'ਚ ਖੁੱਬਦਾ ਨਹੀਂ ਹੈ ਨਾ, ਉਦੋਂ ਤੱਕ ਸਾਡਾ ਮਨ ਇੱਧਰ ਉੱਧਰ ਦੌੜਦਾ ਰਹਿੰਦਾ। ਜਦੋਂ ਅਸੀਂ ਕੋਈ ਪਿਕਚਰ ਦੇਖਦੇ ਆ, ਅਸੀਂ ਟੀਵੀ ਦੇਖਦੇ ਆ, ਉਦੋਂ ਸਾਡਾ ਮਨ ਇੰਨਾ ਉਹਦੇ ਵਿੱਚ ਜੁੜ ਜਾਂਦਾ ਨਾ ਕਿ ਸਾਨੂੰ ਅਗਰ ਕੋਈ ਆਵਾਜ਼ ਵੀ ਮਾਰਦਾ ਨਾ ਤੇ ਅਸੀਂ ਕਹਿੰਦੇ ਤੂੰ ਕੀ, ਅਸੀਂ ਸੁਣਿਆ ਹੀ ਨਹੀਂ ਕਿ ਤੂੰ ਆਵਾਜ਼ ਦਿੱਤੀ ਸਾਨੂੰ। ਕੋਈ ਸਾਨੂੰ ਕਹਿੰਦਾ ਨਾ ਕਿ ਮੈਂ ਤਾਂ ਤੈਨੂੰ ਇਹ ਕੰਮ ਕਿਹਾ ਸੀ ਤੂੰ ਕੀਤਾ ਨਹੀਂ, ਅਸੀਂ ਕਹਿੰਦੇ ਆ ਕਿ ਉਹ ਮੇਰਾ ਮਨ ਤੇ ਉਹਦੇ ਵਿੱਚ ਇੰਨਾ ਜੁੜ ਗਿਆ ਕਿ ਮੈਨੂੰ ਮੈਂ ਤਾਂ ਭੁੱਲ ਹੀ ਗਈ ਕਿ ਮੈਨੂੰ ਉਹ ਕੰਮ ਕਰਨਾ ਸੀ। ਤੇ ਇੱਥੇ ਭਗਤ ਜੀ ਕਹਿੰਦੇ ਆ ਕਿ ਮੇਰਾ ਚਿੱਤ ਨਾ ਚਲੇ, ਹੁਣ ਮੇਰਾ ਮਨ ਇੰਨਾ ਅਡੋਲ ਹੋ ਗਿਆ, ਹੁਣ ਮੇਰੇ ਪਰਮਾਤਮਾ ਦੇ ਨਾਲ ਮੇਰਾ ਮਨ ਜੁੜ ਗਿਆ ਹੈ ਤੇ ਮੇਰਾ ਮਨ ਨਾ ਹੁਣ ਹੋਰ ਕਿਤੇ ਭਟਕਦਾ ਨਹੀਂ ਹੈ, ਹੁਣ ਹੋਰ ਕਿਤੇ ਨਹੀਂ ਦੌੜਦਾ ਮੇਰਾ ਮਨ। ਤੇ ਇਹ ਉਹਨਾਂ ਨੂੰ ਕਿਸ ਤਰ੍ਹਾਂ ਪ੍ਰਾਪਤੀ ਹੋਈ? ਕਹਿੰਦੇ ਨੇ ਇੱਕ ਦਿਵਸ ਮਨ ਭਈ ਉਮੰਗ। ਇੱਕ ਦਿਨ ਨਾ ਮੇਰੇ ਮਨ 'ਚ ਚਾਅ ਚੜ ਗਿਆ ਕਿ ਮੈਂ ਪ੍ਰਭੂ ਨੂੰ ਮਿਲਣਾ। ਤੇ ਜਦੋਂ ਚਾਅ ਚੜ ਜਾਂਦਾ ਹੈ ਤੇ ਸੰਗਤ ਜੀ ਅਸੀਂ ਤੇ ਫਿਰ ਐਫਰਟ ਲੈਣੇ ਆ ਨਾ ਕਿ ਹੁਣ ਤੇ ਅਸੀਂ ਵੀ ਪਰਮਾਤਮਾ ਦਾ ਨਾਮ ਖੂਬ ਲੈਣਾ, ਅਸੀਂ ਵੀ ਪਰਮਾਤਮਾ ਦੇ ਦਰਸ਼ਨ ਕਰਨੇ ਨੇ। ਤੇ ਭਗਤ ਜੀ ਕਹਿੰਦੇ ਨੇ, ਰਾਮਾਨੰਦ ਜੀ ਕਹਿੰਦੇ ਨੇ, ਇੱਕ ਦਿਨ ਮੈਨੂੰ ਵੀ ਚਾਅ ਚੜ ਗਿਆ ਕਿ ਮੈਂ ਤੇ ਪਰਮਾਤਮਾ ਦੇ ਦਰਸ਼ਨ ਕਰਨੇ ਨੇ, ਮੈਂ ਪਰਮਾਤਮਾ ਨੂੰ ਪਾਣਾ। ਤੇ ਉਹਦੇ ਵਾਸਤੇ ਫਿਰ ਉਹਨਾਂ ਨੇ ਕੀ ਕੀਤਾ? ਅਸੀਂ ਕਹਿੰਦੇ ਆ ਨਾ ਕਿ ਅਸੀਂ ਜੇ ਪਰਮਾਤਮਾ ਨੂੰ ਪਾਣਾ ਤੇ ਅਸੀਂ ਕਹਿੰਦੇ ਆ ਰੋਜ਼ ਗੁਰਦੁਆਰੇ ਜਾਣਾ ਚਾਹੀਦਾ, ਰੋਜ਼ ਮੰਦਿਰ ਤੇ ਜਾਣਾ ਚਾਹੀਦਾ, ਜੋ ਤੀਰਥ ਸਥਾਨ ਤੇ ਜਾਣਾ ਚਾਹੀਦਾ, ਤੀਰਥਾਂ ਤੇ ਇਸ਼ਨਾਨ ਕਰਨੇ ਚਾਹੀਦੇ ਆ। ਬਾਣੀ 'ਚ ਇਹ ਵੀ ਲਿਖਿਆ ਕਿ ਜੇ ਭਗਤ ਨਾ ਹੁੰਦੇ ਤੇ ਤੀਰਥ ਸਥਾਨ ਕਿੱਥੋਂ ਆਂਦੇ? ਸੰਗਤ ਜੀ ਕਬੀਰ ਜੀ ਲਿਖਦੇ ਆ ਕਿ ਮੈਨੂੰ ਕੋਈ ਦੱਸੇ ਕਿ ਤੀਰਥ ਵੱਡਾ ਹੈ ਕਿ ਭਗਤ ਵੱਡਾ ਹੈ। ਕਿਉਂ? ਕਿਉਂਕਿ ਜੇ ਭਗਤ ਭਗਤੀ ਨਾ ਕਰਦੇ ਤੇ ਕਿਆ ਤੀਰਥ ਸਥਾਨ ਬਣਦੇ? ਤੀਰਥ ਸਥਾਨ ਨਾ ਬਣਦੇ। ਭਗਤਾਂ ਨੇ ਭਗਤੀ ਕੀਤੀ, ਸਾਡੇ ਗੁਰੂਆਂ ਨੇ ਜਿੱਥੇ ਜਿੱਥੇ ਆਪਣੇ ਚਰਨ ਪਾਏ, ਸਾਡੇ ਗੁਰੂਆਂ ਨੇ ਚਰਨ ਪਾਏ, ਤਾਂ ਹੀ ਤੇ ਉਹ ਸਥਾਨ ਪਵਿੱਤਰ ਹੋਇਆ, ਤਾਂ ਹੀ ਤੇ ਸਾਡੇ ਵਾਸਤੇ ਉਹ ਤੀਰਥ ਸਥਾਨ ਬਣ ਗਿਆ। ਚਾਹੇ ਉਹ ਕਿਹੜੇ ਸਾਡੇ 10 ਗੁਰੂਆਂ ਚੋਂ ਕਿਹੜੇ ਵੀ ਗੁਰੂ ਹੋਣ, ਚਾਹੇ ਭਗਤ ਹੋਣ। ਹੁਣ ਅਸੀਂ ਕਬੀਰ ਜੀ ਦੇ ਭਗਤੀ ਦੇ ਉਹਨਾਂ ਦੇ ਜਦੋਂ ਕਿੱਸੇ ਸੁਣਦੇ ਆ ਤੇ ਅਸੀਂ ਵੀ ਉਹਨਾਂ ਦੀ ਦੇਖਣਾ ਚਾਹੁੰਦੇ ਆ ਕਿ ਉਹ ਕਿੱਥੇ ਪੈਦਾ ਹੋਏ ਸੀ। ਉਹਨਾਂ ਛੋਟੀ ਜਿਹੀ ਕੁਟੀਆ 'ਚ ਸੀ। ਅਸੀਂ ਭਗਤਾਂ ਦੇ ਜਦੋਂ ਇਤਿਹਾਸ ਪੜ੍ਹਦੇ ਆ ਤੇ ਅਸੀਂ ਉਹਨਾਂ ਦੇ ਉੱਥੇ ਫਿਰ ਅਸੀਂ ਜਾਂਦੇ ਆ, ਫਿਰ ਅਸੀਂ ਦਰਸ਼ਨ ਕਰਦੇ ਆ ਤੇ ਉਹ ਫਿਰ ਤੀਰਥ ਸਥਾਨ ਬਣ ਜਾਂਦੇ ਨੇ। ਇੱਕ ਦਿਵਸ ਮਨ ਭਈ ਉਮੰਗ, ਇੱਕ ਦਿਨ ਮੇਰੇ ਮਨ 'ਚ ਚਾਅ ਚੜ ਗਿਆ ਕਿ ਮੈਂ ਪਰਮਾਤਮਾ ਨੂੰ ਪਾਣਾ। ਘਸ ਚੰਦਨ ਜੋਆ ਬਹੁ ਰੰਗ, ਜਦੋਂ ਅਸੀਂ ਫਿਰ ਕਹਿੰਦੇ ਆ ਨਾ ਕਿ ਹੁਣ ਮੈਂ ਪਰਮਾਤਮਾ ਦੇ, ਮੈਂ ਗੁਰਦੁਆਰੇ ਜਾਣਾ, ਮੈਂ ਮੰਦਿਰ ਜਾਣਾ, ਤੇ ਫਿਰ ਅਸੀਂ ਉਹਦੇ ਵਾਸਤੇ ਨਾ ਤਿਆਰੀ ਕਰਦੇ ਆ ਕਿ ਅਸੀਂ ਗੁਰਦੁਆਰੇ ਚੱਲੇ ਆ ਤੇ ਅਸੀਂ ਗੁਰਦੁਆਰੇ ਵਾਸਤੇ ਨਾ ਅੱਜ ਅਸੀਂ ਗੁਰਦੁਆਰੇ ਇਹ ਪ੍ਰਸ਼ਾਦ ਲੈ ਕੇ ਜਾਂਦੇ ਆ, ਅਸੀਂ ਸੋਹਣੇ ਕੱਪੜੇ ਪਾਉਂਦੇ ਆ, ਚੀਜ਼ਾਂ ਲੈਂਦੇ ਆ, ਅਸੀਂ ਅੱਜ ਇਹ ਪ੍ਰਸ਼ਾਦ ਗੁਰਦੁਆਰੇ ਲੈ ਕੇ ਜਾਂਦੇ ਆ। ਅਸੀਂ ਪ੍ਰਸ਼ਾਦ ਹੀ ਨਹੀਂ ਹੋਰ ਵੀ
ਫੁੱਲ ਲੈ ਕੇ ਜਾਂਦੇ ਆ, ਅਸੀਂ ਪੂਜਾ ਅਰਚਨਾ ਦੀਆਂ ਜੋ ਸਮੱਗਰੀ ਹੁੰਦੀ ਹੈ ਅਸੀਂ ਲੈ ਕੇ ਜਾਂਦੇ ਆ ਆਪਣੀ ਵੱਲੋਂ। ਤੇ ਐਦਾਂ ਹੀ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਚੰਦਨ ਘਸਿਆ ਕਿ ਘਸ ਚੰਦਨ, ਕਿਉਂਕਿ ਉਹ ਚੰਦਨ ਦਾ ਤਿਲਕ ਲਗਾਉਂਦੇ ਨੇ ਜਿਹੜੇ ਇਹਨਾਂ ਦੇ ਭਗਤਾਂ ਨੇ, ਇਹਨਾਂ ਦੀ ਪੂਜਾ ਅਰਚਨਾ ਦੇ ਵਿੱਚ ਚੰਦਨ ਦਾ ਤਿਲਕ ਲਗਾਉਂਦੇ ਨੇ। ਕਹਿੰਦੇ ਨੇ ਘਸ ਚੰਦਨ ਚੋਆ ਬਹੁਤ ਸੁਗੰਧ, ਮੈਂ ਸੁਗੰਧੀ ਇਕੱਠੀ ਕੀਤੀ, ਫੁੱਲ ਇਕੱਠੇ ਕੀਤੇ, ਪੂਜਾ ਅਰਚਨਾ ਦੀਆਂ ਚੀਜ਼ਾਂ ਮੈਂ ਇਕੱਠੀਆਂ ਕੀਤੀਆਂ। ਫਿਰ ਪੂਜਨ ਚਾਲੀ ਬ੍ਰਹਮ ਠਾਏ, ਫਿਰ ਮੈਂ ਪੂਜਾ ਕਰਨ ਵਾਸਤੇ ਨਾ ਮੈਂ ਮੰਦਿਰ ਚਲਾ ਗਿਆ। ਔਰ ਉਹਨਾਂ ਨੇ ਜਦੋਂ ਮੰਦਿਰ ਚਲੇ ਗਏ, ਉਹਨਾਂ ਨੇ ਭਗਤੀ ਕੀਤੀ, ਤੇ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਜਦੋਂ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ ਨਾ, ਫਿਰ ਲਿਖਿਆ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਤੇ ਕਹਿੰਦੇ ਨੇ ਕਿ ਫਿਰ ਮੈਨੂੰ ਪਰਮਾਤਮਾ ਨੇ ਸੋਝੀ ਪਾਈ, ਫਿਰ ਮੈਨੂੰ ਗੁਰੂ ਨੇ ਸੋਝੀ ਪਾਈ ਕਿ ਤੂੰ ਤੇ ਮੰਦਿਰਾਂ 'ਚ ਆਣਾ, ਤੂੰ ਇੱਥੇ ਤੂੰ ਸੋਚਦਾ ਹੈ ਕਿ ਪਰਮਾਤਮਾ ਸਿਰਫ ਮੰਦਿਰ 'ਚ ਹੈ, ਪਰਮਾਤਮਾ ਤੇ ਤੇਰੇ ਅੰਦਰ ਹੈ। ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਏ। ਤੇ ਫਿਰ ਮੈਨੂੰ ਗਿਆਨ ਹੋਇਆ ਕਿ ਪਰਮਾਤਮਾ ਤੇ ਮੇਰੇ ਅੰਦਰ ਹੀ ਹੈ। ਜਹਾਂ ਜਾਈਏ ਤਹ ਜਲ ਪਖਾਨ, ਕਹਿੰਦੇ ਮੈਂ ਜਿੱਥੇ ਵੀ ਜਾਣਾ ਹੈ, ਤੀਰਥ ਸਥਾਨਾਂ ਤੇ ਜਾਣਾ, ਤੇ ਉੱਥੇ ਮੈਂ ਕੀ ਦੇਖਦਾ, ਉੱਥੇ ਮੈਂ ਪਾਣੀ ਦੇਖਦਾ। ਜੇ ਮੈਂ ਮੰਦਿਰਾਂ 'ਚ ਜਾਣਾ ਹੈ ਤੇ ਮੈਂ ਉੱਥੇ ਪੱਥਰ ਦੇਖਦਾ। ਹੁਣ ਸੰਗਤ ਜੀ, ਪੱਥਰ ਵੀ ਦੇਖੋ, ਜੇ ਤਰਾਸ਼ ਦਿੰਦੇ ਨੇ ਮੂਰਤ ਤੇ ਉਹਨੂੰ ਸਾਰੇ ਮੱਥਾ ਟੇਕ ਦਿੰਦੇ ਨੇ। ਜੇ ਅਗਰ ਉਹੀ ਪੱਥਰ ਨੂੰ ਤਰਾਸ਼ਦੇ ਨਹੀਂ ਆ ਤੇ ਉਹ ਪੱਥਰ ਨੂੰ ਤੇ ਲੋਕੀ ਉਹਦੇ ਉੱਤੇ ਪੈਰ ਵੀ ਰੱਖਦੇ ਨੇ, ਉਹ ਪੱਥਰ ਨੂੰ ਕੋਈ ਪੂਜਦਾ ਨਹੀਂ ਆ। ਤੇ ਜੋ ਸਾਡੀ ਬਾਣੀ ਹੈ, ਜੋ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ, ਕਹਿੰਦੇ ਨੇ ਤੁਸੀਂ ਉਹਨੂੰ ਪੂਜੋ ਜਿਨਨੇ ਇਹ ਪੱਥਰ ਬਣਾਏ ਨੇ, ਉਹਨੂੰ ਨਹੀਂ। ਇਹ ਤੇ ਕਲਾ ਹੋ ਗਈ ਨਾ ਕਿ ਉਹ ਪੱਥਰ ਨੂੰ ਤਰਾਸ਼ ਕੇ ਕੋਈ ਉਹਦੀ ਮੂਰਤ ਬਣਾਤੀ, ਇਹ ਤੇ ਕਲਾ ਹੋ ਗਈ। ਤੇ ਤੁਸੀਂ ਉਹਨੂੰ ਪੂਜੋ ਜਿਨਨੇ ਇਹ ਪੱਥਰ ਬਣਾਏ ਨੇ, ਜਿਨਨੇ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਤੁਸੀਂ ਉਸ ਇੱਕ ਅਕਾਲ ਪੁਰਖ ਨੂੰ ਪੂਜੋ। ਤੇ ਉਹਨਾਂ ਨੇ ਇੱਥੇ ਰਾਮਾਨੰਦ ਜੀ ਕੀ ਕਹਿੰਦੇ ਨੇ, ਜਹਾਂ ਜਾਈਏ, ਮੈਂ ਜਿੱਥੇ ਵੀ ਗਿਆ, ਤੀਰਥ ਸਥਾਨਾਂ ਤੇ ਗਿਆ, ਉੱਥੇ ਮੈਨੂੰ ਜਲ ਦਿਖਿਆ, ਪਾਣੀ। ਜਿੱਥੇ ਮੈਂ ਮੰਦਿਰਾਂ 'ਚ ਗਿਆ ਤੇ ਮੈਨੂੰ ਉੱਥੇ ਪੱਥਰ ਦਿਖੇ ਨੇ। ਤੂੰ ਪੂਰ ਰਿਓ ਹੈ ਸਭ ਸਮਾਨ। ਮੈਨੂੰ ਇੱਕ ਗੱਲ ਤੇ ਪਤਾ, ਮੈਨੂੰ ਗਿਆਨ ਹੋ ਗਿਆ ਕਿ ਮੇਰਾ ਪਰਮਾਤਮਾ, ਚਾਹੇ ਉਹ ਤੀਰਥ ਸਥਾਨਾਂ ਤੇ ਜਲ ਹੈ, ਚਾਹੇ ਉਹ ਮੰਦਿਰ ਹੈ, ਚਾਹੇ ਉਹ ਇਸ ਤੋਂ ਤੀਰਥ ਸਥਾਨਾਂ ਤੋਂ ਬਾਹਰ ਵੀ, ਮੰਦਿਰਾਂ ਤੋਂ ਬਾਹਰ ਵੀ, ਜੋ ਪਰਮਾਤਮਾ ਹੈ, ਜੋ ਪ੍ਰਭੂ ਹੈ, ਉਹ ਹਰ ਇੱਕ ਸਥਾਨ ਤੇ ਇੱਕੋ ਸਮਾਨ ਉਹ ਰਮਿਆ ਹੋਇਆ ਹੈ, ਉਹ ਮੌਜੂਦ ਹੈ। ਇਹ ਨਹੀਂ ਕਿ ਜਿਸ ਤਰ੍ਹਾਂ ਅਸੀਂ ਵੀ ਗੁਰੂ ਨਾਨਕ ਦੇਵ ਜੀ ਦੀ ਸਾਖੀ, ਬੜੀ ਪ੍ਰਚਲਿਤ ਸਾਖੀ ਹੈ, ਜਦੋਂ ਮੱਕਾ ਘੁੰਮ ਗਿਆ, ਉਹ ਕਹਿੰਦੇ ਆ ਕਿ ਇੱਧਰ ਤੇ ਪਰਮਾਤਮਾ ਮੱਕੇ ਦੇ ਅੰਦਰ, ਤੇ ਬਾਬਾ ਜੀ ਕਹਿੰਦੇ ਨੇ ਕਿ ਠੀਕ ਹੈ। ਕਾਜੀ ਨੂੰ ਕਹਿੰਦੇ ਨੇ ਫਿਰ ਤੂੰ ਮੇਰੀਆਂ ਲੱਤਾਂ, ਤੂੰ ਮੇਰੇ ਪੈਰ ਉਧਰ ਕਰ ਦੇ ਜਿੱਧਰ ਪਰਮਾਤਮਾ ਨਹੀਂ ਹੈ। ਪਰਮਾਤਮਾ ਸਿਰਫ ਮਸਜਿਦ, ਮੰਦਿਰਾਂ, ਗੁਰਦੁਆਰਿਆਂ ਦੇ ਅੰਦਰ ਹੀ ਨਹੀਂ ਹੈ, ਪਰਮਾਤਮਾ ਤੇ ਹਰੇਕ ਜਗ੍ਹਾ ਮੌਜੂਦ ਹੈ। ਤੇ ਉਹ ਕੀ ਕਹਿੰਦੇ ਨੇ, ਤੂੰ ਪੂਰ ਰਿਓ ਹੈ ਸਭ ਸਮਾਨ। ਇਹ ਜਿਹੜਾ ਪਰਮਾਤਮਾ ਹੈ ਨਾ, ਇਹ ਮੇਰਾ ਜਿਹੜਾ ਪੂਰਾ ਪਰਮਾਤਮਾ, ਇਹ ਹਰ ਇੱਕ ਸਥਾਨ ਤੇ ਇੱਕੋ ਜਿਹਾ ਸਮਾਇਆ ਹੋਇਆ ਹੈ। वेद पुराण सब देखे जोए ऊहा तो जाइए जो इहा ना होए। कि मैं वेद पुराण भी पढ़ के देख लिते ने, मैं सारे तीर्थ स्थाना ते जाके भी देख लिया, मैं मंदिरां च जाके देख लिया कि मैं हुण ओथे तां जावां ना जे मेरे अंदर परमात्मा ना होए। सतगुर मैं बलिहारी तुर, हे परमात्मा, हे वाहेगुरु, हे प्रभु, मैं तेरे तो बलिहारी जानना है। क्यों? क्योंकि तू ते हर एक जगह मौजूद है, कोई ऐसी जगह नहीं है कि तू एक समान मौजूद है। ये नहीं कि इत्थे थोड़ा है परमात्मा ते मंदिरां दे विच ज्यादा है, इत्थे बाहर थोड़ा है और गुरुद्वारे च ज्यादा है। असी गुरुद्वारे दी बिल्डिंग नूं नहीं पूजदे संगत जी, और असी पूजदे हां असी गुरु दे शब्दां नूं। अगर गुरु ग्रंथ साहिब च बाणी ना लिखी होए ते असी ओनू मत्था नहीं टेकांगे। क्यों? क्योंकि ओ सिर्फ कागज है, ओ
ਉਹਦੇ ਉੱਤੇ ਸ਼ਬਦ ਨਹੀਂ ਲਿਖਿਆ, ਉਹਦੇ ਉੱਤੇ ਗੁਰੂ ਦੀ ਬਾਣੀ ਨਹੀਂ ਲਿਖੀ ਹੁੰਦੀ। ਸਾਡੇ ਵਾਸਤੇ ਉਹ ਪੂਜਨੀਏ ਉਦੋਂ ਬਣ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ, ਜਦੋਂ ਉੱਥੇ ਸਾਡੇ ਗੁਰੂਆਂ ਦੀ ਬਾਣੀ, ਗੁਰੂਆਂ ਦੇ ਸ਼ਬਦ, ਭਗਤਾਂ ਦੀ ਬਾਣੀ, ਉਹ ਜਦੋਂ ਸ਼ਬਦ ਲਿਖੇ ਜਾਂਦੇ ਨੇ, ਉਹ ਸਾਡੇ ਵਾਸਤੇ ਪੂਜਨੀय ਹੋ ਜਾਂਦਾ ਹੈ। ਤੇ ਫਿਰ ਸੰਗਤ ਜੀ, ਪੂਜਨੀ ਕਿਹੜੀ ਚੀਜ਼ ਹੈ? ਪੂਜਨੀ ਹੈ ਗੁਰੂ ਦਾ ਸ਼ਬਦ, ਔਰ ਉਹ ਸ਼ਬਦਾਂ ਨੂੰ ਅਸੀਂ ਮਨ 'ਚ ਵਸਾਣਾ ਹੈ। ਸਤਿਗੁਰ ਮੈਂ ਬਲਿਹਾਰੀ ਤੋਰੇ ਪਰਮਾਤਮਾ, ਹੈ ਵਾਹਿਗੁਰੂ ਮੈਂ ਤੇਰੇ ਤੋਂ ਬਲਿਹਾਰ ਜਾਣਾ ਹੈ ਪ੍ਰਭੂ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ, ਕਿ ਜਿੰਨੇ ਮੇਰੇ ਸਾਰੇ ਭਰਮ ਇਹ ਕੱਟ ਦਿੱਤੇ ਨੇ। ਇਹ ਕਿਹੜੇ ਭਰਮ ਕੱਟ ਦਿੱਤੇ ਨੇ? ਕਿ ਪਰਮਾਤਮਾ ਉੱਥੇ ਨਹੀਂ ਇੱਥੇ ਹੈ, ਇੱਥੇ ਨਹੀਂ ਉੱਥੇ ਹੈ। ਇਹ ਸਾਰੇ ਭਰਮ ਨੇ। ਇਹ ਮੇਰੇ ਭਰਮ ਸਾਰੇ, ਮੇਰੇ ਜਿਹੜੀ ਮੈਨੂੰ ਵਾਹਿਗੁਰੂ ਦੀ ਸੋਝੀ ਹੋਈ ਹੈ, ਜੋ ਮੈਨੂੰ ਵਾਹਿਗੁਰੂ ਨੇ ਗਿਆਨ ਦਿੱਤਾ ਹੈ, ਇਹਨੇ ਮੇਰੇ ਸਾਰੇ ਭਰਮ ਕੱਢ ਦਿੱਤੇ ਨੇ। ਕਿ ਵਾਹਿਗੁਰੂ ਹਰ ਇੱਕ ਜਗ੍ਹਾ ਹੈ, ਪ੍ਰਭੂ ਹਰ ਇੱਕ ਜਗ੍ਹਾ, ਪਰ ਪ੍ਰਭੂ ਮੇਰੇ ਅੰਦਰ ਵੀ ਮੌਜੂਦ ਹੈ। ਇਸ ਲਈ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ, ਮੈਨੂੰ ਆਪਣੇ ਅੰਦਰ ਹੀ ਪ੍ਰਭੂ ਦੀ ਖੋਜ ਕਰਕੇ ਪ੍ਰਭੂ ਨੂੰ ਪ੍ਰਾਪਤ ਕਰਨਾ ਹੈ। ਰਾਮਾਨੰਦ ਸੁਆਮੀ ਰਮਤ ਬ੍ਰਹਮ, ਜਿਹੜਾ ਰਾਮਾਨੰਦ ਦਾ ਸੁਆਮੀ ਹੈ ਨਾ, ਜਿਹੜਾ ਰਾਮਾਨੰਦ ਦਾ ਪ੍ਰਭੂ ਹੈ, ਉਹ ਹਰ ਇੱਕ ਜਗ੍ਹਾ ਰਮਿਆ ਹੋਇਆ ਹੈ। ਭਗਤ ਜੀ ਕਹਿੰਦੇ ਨੇ ਕਿ ਜਿਹੜਾ ਮੇਰਾ ਪ੍ਰਭੂ ਹੈ ਨਾ, ਜਿਹੜਾ ਮੇਰਾ ਸੁਆਮੀ ਹੈ, ਉਹ ਮੇਰਾ ਪ੍ਰਭੂ ਹਰ ਇੱਕ ਜਗ੍ਹਾ ਰਮਿਆ ਹੋਇਆ ਹੈ। ਗੁਰੂ ਕਾ ਸ਼ਬਦ ਕਾਟੈ ਕੋਟ ਕਰਮ, ਕਿ ਇਹ ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਅਸੀਂ ਜਦੋਂ ਉਹਨੂੰ ਆਪਣੇ ਮਨ 'ਚ ਵਸਾਵਾਂਗੇ, ਜਦੋਂ ਉਹਨੂੰ ਆਪਣੇ ਹਿਰਦੇ ਦੇ ਨਾਲ ਜੋੜਾਂਗੇ, ਜਦੋਂ ਆਪਣੇ ਹਿਰਦੇ ਦੇ ਨਾਲ ਅਸੀਂ ਬਾਣੀ ਪੜਾਂਗੇ, ਤੇ ਫਿਰ ਗੁਰੂ ਦਾ ਸ਼ਬਦ ਕੀ ਕਰਦਾ ਹੈ? ਸਾਡੇ ਕੋਟ ਕੋਟ ਤੇ ਸਾਡੇ ਜਿਹੜਾ ਕਈ ਜਨਮਾਂ ਦੇ ਸਾਡੇ ਜਿਹੜੇ ਕਰਮ ਨੇ ਨਾ, ਉਹ ਜਿਹੜੇ ਪਾਪ ਨੇ, ਉਹ ਕੱਟ ਦਿੰਦੇ ਨੇ। ਤੇ ਸ਼ਬਦ ਨੂੰ ਹੀ ਮਨ 'ਚ ਵਸਾਣਾ ਹੈ। ਜਿਸ ਤਰ੍ਹਾਂ ਅਸੀਂ ਪਿੱਛੇ 2-3 ਸੈਟਰਡੇਜ਼ ਤੋਂ ਅਸੀਂ ਸੁਥਰੇ ਸ਼ਾਹ ਜੀ ਦੀ ਅਸੀਂ ਕਥਾ ਕਰਦੇ ਆ ਰਹੇ ਹਾਂ, ਤੇ ਉਹਨਾਂ ਨੇ ਆਪਣੇ ਮਨ ਦੇ ਵਿੱਚ ਸ਼ਬਦ ਵਸਾਇਆ। ਉਹਨਾਂ ਨੇ 5 ਗੁਰੂਆਂ ਸਾਹਿਬਾਨ ਦੀ ਉਹਨਾਂ ਨੇ ਸੇਵਾ ਕੀਤੀ। ਸੰਗਤ ਜੀ, ਉਹਨਾਂ ਦਾ ਜਨਮ, ਉਹਨਾਂ ਦੀ ਅਸੀਂ ਸਾਖੀਆਂ ਤੇ ਸੁਣਦੇ ਆ, ਪਰ ਉਹਨਾਂ ਦਾ ਜਨਮ, ਉਹਨਾਂ ਨੂੰ ਸੁੱਟਿਆ ਕਿਉਂ ਸੀ ਉਹਨਾਂ ਦੇ ਮਾਤਾ ਪਿਤਾ ਨੇ ਬਾਹਰ? ਕਿਉਂਕਿ ਪੁਰਾਣੇ ਜ਼ਮਾਨੇ 'ਚ ਇੰਨਾ ਅੰਧ ਵਿਸ਼ਵਾਸ ਸੀਗਾ ਨਾ। ਤੇ ਜਦੋਂ ਉਹ ਪੈਦਾ ਹੋਏ, ਉਹ ਕਸ਼ਮੀਰ ਦੇ ਨਾ ਬਾਰਾਮੂਲਾ ਜਗ੍ਹਾ ਹੈਗੀ ਆ, ਉੱਥੇ ਉਹਨਾਂ ਦਾ ਜਨਮ ਹੋਇਆ। ਤੇ ਜਦੋਂ ਉਹਨਾਂ ਦਾ ਜਨਮ ਹੋਇਆ ਸੰਗਤ ਜੀ, ਤੇ ਉਹਨਾਂ ਦੇ ਨਾ ਦੰਦ ਉੱਗੇ ਹੋਏ ਸੀ। ਤੇ ਪੁਰਾਣੇ ਜ਼ਮਾਨੇ 'ਚ ਜਿਸ ਤਰ੍ਹਾਂ ਹੁਣ ਸਾਇੰਸ ਐਨੀ ਐਡਵਾਂਸ ਹੈ, ਅੱਜ ਕੱਲ ਕਹਿੰਦੇ ਨੇ ਕਿ 7 ਮਹੀਨਿਆਂ 'ਚ ਵੀ ਬੇਬੀ ਪੈਦਾ ਹੋ ਜਾਂਦਾ ਹੈ, 6 ਮਹੀਨਿਆਂ 'ਚ ਵੀ ਬੇਬੀ ਪੈਦਾ ਹੋ ਜਾਂਦਾ ਹੈ। ਉਹਨੂੰ ਅਸੀਂ ਕਹਿੰਦੇ ਆ ਪ੍ਰੀਮੈਚੁਰ ਬੇਬੀ ਹੈ। ਤੇ ਪੁਰਾਣੇ ਜ਼ਮਾਨੇ 'ਚ ਕੀ ਹੁੰਦੇ ਸੀ, ਉਹ ਅਨਲਕੀ ਮੰਨਦੇ ਸੀ। ਕਈ ਵਾਰੀ ਬੇਬੀ ਕੀ ਹੁੰਦਾ ਹੈ, ਪੁੱਠਾ ਹੁੰਦਾ ਹੈ। ਬੇਬੀ ਦਾ ਵੈਸੇ ਨਾਰਮਲ ਬੇਬੀ ਹੋਏ, ਸਿਰ ਨੀਚੇ ਹੁੰਦਾ ਹੈ, ਪੈਰ ਉੱਪਰ ਹੁੰਦਾ ਹੈ। ਕਈ ਵਾਰ ਅਸੀਂ ਕਿਸੇ ਦੇ ਮੂੰਹ ਤੇ ਸੁਣਿਆ ਨਾ, ਇਹ ਬੱਚਾ ਪੁੱਠਾ ਪੈਦਾ ਹੋਇਆ। ਤੇ ਪੁਰਾਣੇ ਜ਼ਮਾਨੇ 'ਚ ਨਾ ਜੋ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਸੀ, ਇਹਨਾਂ ਨੂੰ ਬੜਾ ਅਨਲਕੀ ਮੰਨਦੇ ਸੀ, ਅਸ਼ੁਭ ਮੰਨਦੇ ਹੁੰਦੇ ਸੀ ਕਿ ਇਹ ਪੁੱਠਾ ਪੈਦਾ ਹੋਇਆ ਹੈ, ਅਸ਼ੁਭ ਹੈ। ਇਹ ਸਤਮਾਇਆ ਬੱਚਾ ਹੈ, ਮਤਲਬ ਕਿ 7 ਮਹੀਨੇ 'ਚ ਪੈਦਾ ਹੋ ਗਿਆ, ਇਹ ਅਸ਼ੁਭ ਹੈ। ਉਹਦੇ ਦੰਦ ਉੱਗੇ ਹੋਏ। ਹੁਣ ਸੁਥਰੇ ਸ਼ਾਹ ਜੀ ਜਦੋਂ ਪੈਦਾ ਹੋਏ, ਉਹਨਾਂ ਦੇ ਦੰਦ ਉੱਗੇ ਹੋਏ ਸੀ। ਤੇ ਉਹਨਾਂ ਦੇ ਮਾਤਾ ਪਿਤਾ ਨੇ ਕਿ ਇਹ ਤੇ ਬੱਚਾ ਬੜਾ ਅਸ਼ੁਭ ਹੈ, ਇਹਦੇ ਜਨਮ ਤੋਂ ਹੀ ਇਹਨਾਂ ਦੇ ਦੰਦ ਉੱਗੇ ਹੋਏ ਨੇ। ਤੇ ਅਸ਼ੁਭ ਕਰਕੇ, ਅਸ਼ੁਭ ਨੂੰ ਕਹਿੰਦੇ ਸੀ ਕੁਥਰਾ। ਕਹਿੰਦੇ ਨੇ ਇਹ ਅਸ਼ੁਭ ਹੈ, ਇਹ ਕੁਥਰਾ ਹੈ, ਇਹ ਉਹਨਾਂ ਨੇ ਜਾ ਕੇ ਸੁੱਟ ਦਿੱਤਾ। ਪਰ ਸੰਗਤ ਜੀ, ਜੋ ਲੇਖ ਪ੍ਰਭੂ ਨੇ ਲਿਖ ਕੇ ਭੇਜੇ ਹੁੰਦੇ ਨੇ, ਤੇ ਉਹਦਾ ਕੋਈ ਨਾ ਕੋਈ ਤੇ ਬਹਾਨਾ ਬਣਨਾ ਹੁੰਦਾ ਹੈ। ਕਿਉਂਕਿ ਪਰਮਾਤਮਾ ਨੇ ਸਾਨੂੰ ਕਿਹਦੇ ਨਾਲ ਮਿਲਾਣਾ ਹੈ, ਕਿਸ ਜਗ੍ਹਾ ਤੇ ਮਿਲਾਣਾ ਹੈ, ਕਦੋਂ ਮਿਲਾਣਾ ਹੈ, ਔਰ ਮਿਲਣਾ ਵਿਛੜਨਾ, ਇਹ ਸਾਰਾ ਸਾਡੇ ਕਰਮਾਂ ਦੇ ਹਿਸਾਬ ਦੇ ਨਾਲ, ਸਾਡੇ ਪੂਰਬਲੇ ਕਰਮਾਂ ਦੇ ਹਿਸਾਬ ਦੇ ਨਾਲ ਸਾਡੇ ਇਹ ਲੇਖ ਲਿਖੇ ਜਾਂਦੇ ਨੇ। ਤੇ ਜਦੋਂ ਉਹਨਾਂ ਨੂੰ ਜੰਗਲ 'ਚ ਸੁੱਟ ਕੇ ਆ ਗਏ, ਤੇ ਜੰਗਲ ਦੇ ਵਿੱਚ ਇੱਕ ਕੁੱਤੀ ਨੇ ਬੱਚੇ ਦਿੱਤੇ ਹੋਏ ਸੀ। ਔਰ ਸੰਗਤ ਜੀ, ਆਪ ਜੀ ਨੂੰ ਪਤਾ ਹੈ
ਕਿ ਜਦੋਂ ਕੋਈ ਕੁੱਤੀ ਬੱਚੇ ਦਿੰਦੀ ਹੈ, ਉਹ ਕਿੰਨੀ ਪ੍ਰੋਟੈਕਟਿਵ ਹੋ ਜਾਂਦੀ ਹੈ ਆਪਣੇ ਬੱਚਿਆਂ ਵਾਸਤੇ। ਉਹ ਈਵਨ ਜੋ ਉਹਦਾ ਮਾਲਿਕ ਹੁੰਦਾ ਹੈ, ਅਸੀਂ ਦੇਖਦੇ ਹਾਂ, ਅਗਰ ਅਸੀਂ ਘਰ 'ਚ ਵੀ ਕੋਈ ਕੁੱਤਾ ਰੱਖਿਆ ਹੈ, ਅਗਰ ਫੀਮੇਲ ਡੌਗ ਹੈ ਸਾਡੇ ਕੋਲ, ਅਗਰ ਉਹ ਜਦੋਂ ਬੱਚੇ ਦਿੰਦੀ ਹੈ, ਉਹ ਘਰ ਦੇ ਮਾਲਿਕ ਨੂੰ ਵੀ ਆਪਣੇ ਪਾਸ ਨਹੀਂ ਆਣ ਦਿੰਦੀ। ਉਹ ਬੜੀ ਪ੍ਰੋਟੈਕਟਿਵ ਹੁੰਦੀ ਹੈ ਕਿ ਮੇਰਾ ਬੱਚਾ ਕੋਈ ਲੈ ਲੇਗਾ। ਤੇ ਜੰਗਲ ਦੇ ਵਿੱਚ ਕੁੱਤੀ ਨੇ ਬੱਚੇ ਦਿੱਤੇ ਹੋਏ ਸੀ, ਤੇ ਦੇਖਿਆ ਜਦੋਂ ਕਿ ਇੱਥੇ ਬੱਚਾ ਸੁੱਟਿਆ ਹੋਇਆ, ਉਹ ਕੁੱਤੀ ਸੁਥਰੇ ਸ਼ਾਹ ਜੀ ਨੂੰ ਚੁੱਕ ਕੇ ਲੈ ਗਈ, ਆਪਣੇ ਬੱਚਿਆਂ ਦੇ ਨਾਲ ਰੱਖ ਲਿੱਤਾ। ਕਿਉਂ? ਕਿਉਂਕਿ ਪਰਮਾਤਮਾ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੂੰ ਤੇ ਬਚਾਣਾ ਸੀ। ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਸਕੇ ਨਾ ਕੋਈ। ਤੇ ਜਦੋਂ 6ਵੇਂ ਪਾਤਸ਼ਾਹ, ਅਸੀਂ ਮਾਤਾ ਭਾਗਪਰੀ ਜੀ ਦੀ ਸਾਖੀ ਕਰ ਚੁੱਕੇ ਹਾਂ। ਜਦੋਂ 6ਵੇਂ ਪਾਤਸ਼ਾਹ ਮਾਤਾ ਭਾਗਪਰੀ ਜੀ ਨੂੰ ਮਿਲਣ ਵਾਸਤੇ ਕਸ਼ਮੀਰ ਜਾ ਰਹੇ ਸੀ, ਉਦੋਂ ਰਸਤੇ ਵਿੱਚ ਉਹਨਾਂ ਨੂੰ ਉਹ ਜੰਗਲ ਦੇ ਵਿੱਚੋਂ ਉਹਨਾਂ ਨੂੰ ਬੱਚੇ ਦੀ ਆਵਾਜ਼ ਆਈ ਰੋਣ ਦੀ, ਤੇ ਉਹਨਾਂ ਦੇ ਨਾਲ ਬਿਧੀ ਚੰਦ ਜੀ ਸੀਗੇ। ਤੇ ਉਹਨਾਂ ਨੇ ਫਿਰ ਬਿਧੀ ਚੰਦ ਜੀ ਨੂੰ ਕਿਹਾ ਕਿ ਦੇਖੋ ਇਹ ਕਿੱਥੋਂ ਆਵਾਜ਼ ਆ ਰਹੀ ਹੈ, ਇਹ ਕਿਸੇ ਇਨਸਾਨ ਦੇ ਬੱਚੇ ਦੀ ਆਵਾਜ਼ ਆ ਰਹੀ ਹੈ। ਤੇ ਜਦੋਂ ਬਿਧੀ ਚੰਦ ਜੀ ਨੇ ਦੇਖਿਆ ਤੇ ਉਹਨਾਂ ਨੇ ਕਿਹਾ ਕਿ ਪਾਤਸ਼ਾਹ, ਇਹ ਤੇ ਦੇਖੋ, ਇਹ ਤੇ ਇਨਸਾਨ ਦਾ ਬੱਚਾ ਹੈ, ਪਰ ਇਹ ਤੇ ਕੁਥਰਾ ਹੈ, ਅਸ਼ੁਭ ਹੈ, ਤਾਂ ਹੀ ਇਹਦੇ ਮਾਂ-ਬਾਪ ਨੇ ਸੁੱਟ ਦਿੱਤਾ ਸੀ, ਕਿਉਂਕਿ ਇਹਦੇ ਜਨਮ ਤੋਂ ਹੀ ਇਹਦੇ ਦੰਦ ਉੱਗੇ ਹੋਏ ਨੇ। ਤੇ ਪਾਤਸ਼ਾਹ ਨੇ ਕੀ ਕਿਹਾ ਕਿ ਠੀਕ ਹੈ, ਇਹ ਕੁਥਰਾ ਨਹੀਂ ਹੈ, ਤੁਸੀਂ ਇਹਨੂੰ ਚੁੱਕ ਕੇ ਲੈ ਕੇ ਆਓ, ਇਹ ਕੁਥਰਾ ਨਹੀਂ ਹੈ, ਤੇ ਸੁਥਰਾ ਹੈ। ਤੇ ਪਾਤਸ਼ਾਹ ਦੀ ਨਿਗਰਾਨੀ ਦੇ ਵਿੱਚ ਉਹ ਵੱਡੇ ਹੋਏ। ਪਾਤਸ਼ਾਹ ਜੀ ਨੇ ਉਹਨਾਂ ਨੂੰ ਸੇਵਾ, ਸਿਮਰਨ, ਉਹਨਾਂ ਨੂੰ ਸਿਮਰਨ ਕਰਨ ਦੀ ਵਿਧੀ ਦੱਸੀ, ਉਹਨਾਂ ਨੂੰ ਕੀਰਤਨ, ਸ਼ਬਦ, ਕਥਾ, ਉਹਨਾਂ ਨੂੰ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣੀ ਦੇਖ ਰੇਖ ਦੇ ਵਿੱਚ ਸਿਖਾਇਆ। ਤੇ ਸੰਗਤ ਜੀ ਜਦੋਂ 5 ਸਾਲ ਦੇ ਹੋਏ ਨਾ ਸੁਥਰੇ ਸ਼ਾਹ ਜੀ, ਤੇ ਉਹਨਾਂ ਦੇ ਮਾਤਾ ਪਿਤਾ ਨੂੰ ਪਤਾ ਲੱਗ ਗਿਆ ਕਿ ਜਿਹੜਾ ਬੱਚਾ ਅਸੀਂ ਸੁੱਟਿਆ ਸੀ ਉਹ ਤੇ ਗੁਰੂ ਜੀ ਪਾਸ ਹੈ। ਉਹਨਾਂ ਦੇ ਮਾਤਾ ਪਿਤਾ ਤੇ ਪਹੁੰਚ ਗਏ ਪਾਤਸ਼ਾਹ ਦੇ ਕੋਲ, ਜਾ ਕੇ ਕਹਿੰਦੇ, ਪਾਤਸ਼ਾਹ ਇਹ ਤੇ ਸਾਡਾ ਬੱਚਾ ਵਾਪਸ ਕਰੋ। ਤੇ ਪਾਤਸ਼ਾਹ ਕਹਿੰਦੇ ਨੇ ਇਹ ਤੇ ਹੁਣ ਸਾਡਾ ਬੱਚਾ, ਤੁਹਾਡਾ ਬੱਚਾ ਕਿੱਦਾਂ? ਇਹ ਤੇ ਸਾਡਾ ਬੱਚਾ ਹੈ, ਸਾਡਾ ਬਣ ਚੁੱਕਿਆ। ਤੇ ਠੀਕ ਹੈ, ਤੁਸੀਂ ਲੈ ਜਾਓ, ਪਰ ਇਹ ਤੁਹਾਡੇ ਕੋਲ ਨਹੀਂ ਰਹੇਗਾ। ਕਹਿੰਦੇ ਪਾਤਸ਼ਾਹ ਅਸੀਂ ਤੇ ਆਪਣਾ ਬੱਚਾ ਲੈ ਕੇ ਜਾਣਾ। ਤੇ ਪਾਤਸ਼ਾਹ ਨੇ ਅੱਗੋਂ ਕੀ ਕਿਹਾ? ਕਹਿੰਦੇ ਲੈ ਜਾਓ, ਪਰ ਇਹ ਹੋਰਾਂ ਨੂੰ ਵੀ ਨਾਲ ਲੈ ਆਏਗਾ। ਤੇ ਸੰਗਤ ਜੀ ਉਹਦੇ ਨਾਲ ਤੇ ਮਾਤਾ ਪਿਤਾ ਸੁਥਰੇ ਸ਼ਾਹ ਜੀ ਨੂੰ ਲੈ ਜਾਂਦੇ ਨੇ। ਹੁਣ ਇਹ ਨਾਮ ਤੇ ਰੱਖਿਆ ਹੁੰਦਾ ਹੈ 6ਵੇਂ ਪਾਤਸ਼ਾਹ ਨੇ। ਤੇ ਜਦੋਂ ਉਹਨਾਂ ਨੂੰ ਘਰ ਲੈ ਜਾਂਦੇ ਨੇ ਨਾ, ਤੇ 5 ਸਾਲ ਉਹਨਾਂ ਦੀ ਆਯੂ ਹੋ ਚੁੱਕੀ ਹੁੰਦੀ ਹੈ। ਤੇ ਉਹਨਾਂ ਦੇ ਮਾਂ-ਬਾਪ, ਉਹਨਾਂ ਦੇ ਮਾਤਾ ਪਿਤਾ, ਉਹਨਾਂ ਦਾ, ਕਿਉਂਕਿ ਉਹਨਾਂ ਤੋਂ 3 ਛੋਟੇ ਭਰਾ ਉਹਨਾਂ ਦੇ ਹੋਰ ਹੁੰਦੇ ਨੇ। ਤੇ ਜਦੋਂ ਸੁਥਰੇ ਸ਼ਾਹ ਜੀ ਘਰ ਜਾਂਦੇ ਨੇ ਨਾ, ਤੇ ਉਹਨਾਂ ਦੇ ਮਾਤਾ ਪਿਤਾ, ਇਹਨਾਂ ਦੀ ਹੁਣ ਲਿਵ ਜੁੜੀ ਹੁੰਦੀ ਹੈ ਭਜਨ ਬੰਦਗੀ ਦੇ ਵਿੱਚ। ਤੇ 5 ਸਾਲ ਦੀ ਉਮਰ ਹੁੰਦੀ ਹੈ, ਪਰ ਇਹ ਭਜਨ ਬੰਦਗੀ ਕਰਦੇ ਨੇ। ਤੇ ਆਪ ਜਦੋਂ ਭਜਨ ਬੰਦਗੀ ਕਰਦੇ ਨੇ ਨਾ, ਤੇ ਇਹਨਾਂ ਨੇ ਦੇਖਾ ਦੇਖੀ, ਇਹ ਜਿਸ ਤਰ੍ਹਾਂ ਕਹਿੰਦੇ ਨਾ, ਆਪ ਜਪੋ ਅਵਰਾ ਨਾਮ ਜਪਾਵੇ। ਜਿਸ ਤਰ੍ਹਾਂ ਆਪ ਤੇ ਜਪਦੇ ਹੀ ਨੇ, ਤੇ ਆਪਣੇ ਛੋਟੇ ਭਰਾ ਨਾਮ ਨੂੰ ਵੀ ਇਹਨਾਂ ਨੇ ਭਜਨ ਬੰਦਗੀ 'ਚ ਲਗਾ ਦਿੱਤਾ। ਤੇ ਜਦੋਂ ਇਹਨਾਂ ਦੇ ਮਾਤਾ ਪਿਤਾ ਨੇ ਦੇਖਿਆ ਕਿ ਇਹ ਤੇ ਆਪ ਵੀ ਬੰਦਗੀ ਕਰਦਾ ਤੇ ਛੋਟਿਆਂ ਨੂੰ ਵੀ ਬੰਦਗੀ ਕਰ, ਕਹਿੰਦੇ ਆਪ ਤੇ ਵਿਗੜਿਆ ਹੋਇਆ ਹੈ ਹੀ, ਇਹ ਤੇ ਛੋਟਿਆਂ ਨੂੰ ਵੀ ਵਿਗਾੜ ਰਿਹਾ। ਤੇ ਇਹਦਾ ਨਾਮ ਰੱਖਤਾ ਚੰਦਰਾਮਲ। ਕਹਿੰਦੇ ਤੂੰ ਚੰਦਰੇ ਕੰਮ ਕਰਦਾ, ਆਪ ਵੀ ਤੂੰ ਵਿਗੜਿਆ ਹੋਇਆ, ਤੇ ਤੂੰ ਆਪਣੇ ਭੈਣ ਭਰਾਵਾਂ ਤੋਂ ਹੋਰ ਬੱਚਿਆਂ ਨੂੰ ਵੀ ਵਿਗਾੜ ਰਿਹਾ। ਤੇ ਸੁਥਰੇ ਸ਼ਾਹ ਜੀ ਕਹਿੰਦੇ ਨੇ, ਜੇ ਤੇ ਤੁਸੀਂ ਮੈਨੂੰ ਚੰਦਰਾ ਕਿਹਾ, ਤੇ ਮੈਂ ਗੁਰੂ ਜੀ ਪਾਸ ਵਾਪਸ ਚਲ ਜਾਂਦਾ। ਤੇ ਸੰਗਤ ਜੀ, ਉਹਨਾਂ ਦੇ ਭਰਾਵਾਂ ਨੂੰ ਵੀ ਐਸਾ ਬਾਣੀ ਦਾ ਰੰਗ ਚੜਿਆ ਕਿ ਉਹ ਵੀ ਗੁਰੂ ਸਾਹਿਬਾਨ ਦੇ ਸਿੱਖ ਬਣੇ। ਔਰ ਜੋ ਉਹਨਾਂ ਨੇ ਵੀ ਐਨੀ ਭਜਨ ਬੰਦਗੀ ਕੀਤੀ, ਤੇ ਸੰਗਤ ਜੀ ਜਿਹੜੇ ਉਹਨੇ ਦੇ ਮਤਲਬ ਐਨੀ ਭਜਨ ਬੰਦਗੀ ਕੀਤੀ, ਔਰ ਉਹਨਾਂ ਨੇ
ਸ਼ਬਦ ਨਾਲ ਹੋਰਾਂ ਨੂੰ ਵੀ ਜੋੜਿਆ, ਚਾਰਾਂ ਜਾਣਿਆਂ ਨੇ। ਇਹ ਤੇ ਪਾਤਸ਼ਾਹ ਜੀ ਦੇ ਕੋਲ ਵਾਪਸ ਆ ਹੀ ਗਏ, ਪਰ ਸਾਰੇ ਉਹਨਾਂ ਦੇ ਦੂਸਰੇ ਭਰਾ ਵੀ ਸਾਰੇ ਪਾਤਸ਼ਾਹ ਦੇ ਗੁਰੂ ਬਣੇ ਔਰ ਉਹਨਾਂ ਦੀ ਸੇਵਾ ਕੀਤੀ। ਤੇ ਜਿਹੜੇ ਇਹਨਾਂ ਦੇ ਸਾਰਿਆਂ ਨਾਲੋਂ ਛੋਟੇ ਵਾਲੇ ਬ੍ਰਦਰ ਸੀ, ਜਿਹੜੇ ਇਹਨਾਂ ਦਾ ਸਾਰੇ ਜਿਹੜਾ ਛੋਟਾ ਭਾਈ ਸੀ, ਉਹਨਾਂ ਦੀ ਅਵਸਥਾ ਵੀ ਇੰਨੀ ਉੱਚੀ ਹੋ ਗਈ ਸੀ ਕਿ ਉਹਨਾਂ ਨੇ ਉਹ ਜਦੋਂ ਈਰਾਨ ਵੱਲ ਗਏ ਤੇ ਉੱਥੇ ਉਹਨਾਂ ਦੀ ਸਾਖੀ ਸੰਗਤ ਜੀ, ਜਦੋਂ ਕਦੀ ਸਾਨੂੰ ਅਗਲੀ ਵਾਰ ਸਾਨੂੰ ਮੌਕਾ ਲੱਗੇਗਾ ਅਸੀਂ ਉਹਨਾਂ ਦੀ ਸਾਖੀ ਕਰਾਂਗੇ। ਉਹਨਾਂ ਨੇ ਵੀ ਜਦੋਂ ਆਪਣਾ ਸਰੀਰ ਆਪ ਤਿਆਗਿਆ ਸੀ, ਮਤਲਬ ਉਹਨਾਂ ਦੀ ਵੀ ਅਵਸਥਾ ਇੰਨੀ ਉੱਚੀ ਸੀ। ਤੇ ਸੁਥਰੇ ਸ਼ਾਹ ਜੀ ਵਾਪਸ ਗੁਰੂ ਜੀ ਪਾਸ ਆ ਜਾਂਦੇ ਨੇ। ਤੇ ਸੰਗਤ ਜੀ, ਇਹ ਜੋ ਅੱਜ ਅਸੀਂ ਸਾਖੀ ਕਰ ਰਹੇ ਹਾਂ, ਜੋ ਅਸੀਂ ਅੱਜ ਸਾਖੀ ਕਰ ਰਹੇ ਹਾਂ, ਇਹ ਹੈ ਜਦੋਂ ਸੁਥਰੇ ਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕੋਲ ਉਹਨਾਂ ਦੀ ਸੇਵਾ ਦੇ ਵਿੱਚ ਸੀ। ਅਨੰਦਪੁਰ ਸਾਹਿਬ ਵੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸੇਵਾ ਵਿੱਚ ਸੀ। ਤੇ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੈ ਕਿ ਉਹਨਾਂ ਦਾ ਸੁਭਾਅ ਸੀ ਕਿ ਮਖੌਲ ਦੇ ਵਿੱਚ ਉਹਨਾਂ ਨੇ ਗਿਆਨ ਵੰਡਣਾ, ਉਹਨਾਂ ਨੇ ਸ਼ਬਦ ਦੇ ਨਾਲ ਜੋੜਨਾ ਸਾਰਿਆਂ ਨੂੰ। ਤੇ ਅਨੰਦਪੁਰ ਸਾਹਿਬ ਕੀ ਕਰਦੇ, ਉਹ ਰੋਜ਼ ਸ਼ਾਮੀ ਹਲਵਾਈ ਦੇ ਕੋਲ ਚਲੇ ਜਾਂਦੇ ਔਰ ਜਾ ਕੇ ਦੁੱਧ ਜਲੇਬੀ ਖਾ ਆਉਂਦੇ। ਰਾਤੀ ਚਲੇ ਜਾਣਾ, ਦੁੱਧ ਜਲੇਬੀ ਖਾ ਕੇ ਆ ਜਾਣਾ। ਇੱਕ ਦਿਨ ਗਏ, ਦੂਸਰੇ ਦਿਨ ਖਾ ਕੇ ਆ ਗਏ, ਤੀਸਰੇ ਦਿਨ ਹਲਵਾਈ ਨੇ ਕਿਹਾ ਭਾਈ ਪੈਸੇ? ਤੇ ਕਹਿੰਦੇ ਨੇ ਦੇ ਦਾਂਗੇ। ਤੇਰੇ ਪੈਸੇ ਕਿੱਥੇ ਚੱਲੇ ਨੇ? ਮੈਂ ਤੇ ਇੱਥੇ ਹੀ ਆ, ਪੈਸੇ ਤੇਰੇ ਕਿਤੇ ਨਹੀਂ ਜਾਂਦੇ, ਦੇ ਦਾਂਗਾ ਪੈਸੇ, ਕੱਲ ਦੇ ਦਾਂਗਾ। ਕੱਲ ਫਿਰ ਚਲੇ ਗਏ, ਕੱਲ ਦੇ ਦਾਂਗਾ। ਕਰਦੇ ਅੱਜ ਕੱਲ ਕਰਦੇ ਸੰਗਤ ਜੀ 6 ਮਹੀਨੇ ਹੋ ਗਏ। ਰੋਜ਼ ਜਾਣ, ਦੁੱਧ ਜਲੇਬੀਆਂ ਖਾਣ ਤੇ ਆ ਜਾਇਆ ਕਰਨ। ਔਰ ਜਦੋਂ ਹਲਵਾਈ ਪੈਸੇ ਮੰਗੇ ਤੇ ਕਹਿੰਦੇ ਦੇ ਦਾਂਗੇ, ਕੱਲ ਦੇ ਦਾਂਗੇ। ਹਿਸਾਬ ਮੋਟਾ ਹੋ ਗਿਆ, 6 ਮਹੀਨੇ ਹੋ ਗਏ, ਪੈਸਾ ਇੱਕ ਨਹੀਂ ਦਿੱਤਾ, ਰੋਜ਼ ਦੁੱਧ ਜਲੇਬੀ ਖਾਣ। ਹਲਵਾਈ ਨਾ ਜਦੋਂ ਹਿਸਾਬ ਮੋਟਾ ਹੋ ਗਿਆ ਤੇ ਹਲਵਾਈ ਤੰਗ ਆ ਗਿਆ। ਤੇ ਇੱਕ ਦਿਨ ਹਲਵਾਈ ਕਹਿੰਦਾ ਭਾਈ ਰੋਜ਼ ਤੂੰ ਆਨਾ, ਦੁੱਧ ਜਲੇਬੀ ਖਾ ਜਾਨਾ, ਪੈਸੇ ਮੰਗੋ ਤੇ ਤੂੰ ਕਹਿੰਦਾ ਕੱਲ ਦੇ ਦਾਂਗੇ, ਤੇ ਤੂੰ ਅੱਜ ਮੈਨੂੰ ਦੱਸ ਤੂੰ ਪੈਸੇ ਕਦੋਂ ਦੇਂਗਾ? ਸੁਥਰੇ ਸ਼ਾਹ ਜੀ ਕਹਿੰਦੇ ਨੇ ਵੀ ਪੈਸੇ ਤੇ ਮੈਂ ਕੋਈ ਨਹੀਂ ਦੇਣੇ। ਕਿਉਂ ਭਾਈ ਤੂੰ ਕਿਉਂ ਨਹੀਂ ਦੇਣੇ? ਤੂੰ ਰੋਜ਼ ਦੁੱਧ ਜਲੇਬੀ ਖਾਣਾ ਹੈ ਔਰ ਅੱਜ ਤੂੰ ਰੋਜ਼ ਕਹਿਣਾ ਕੱਲ ਦੇ ਦਾਂਗਾ ਔਰ ਅੱਜ ਤੇ ਤੂੰ ਕਹਿਣਾ ਮੈਂ ਪੈਸੇ ਨਹੀਂ ਦੇਣੇ। ਤੇ ਸੁਥਰੇ ਸ਼ਾਹ ਜੀ ਕੀ ਕਹਿੰਦੇ ਨੇ? ਕਹਿੰਦੇ ਦੇਖ ਭਾਈ, ਮੇਰੀ ਬਾਣੀ, ਮੇਰੀ ਗੁਰੂ ਦੀ ਬਾਣੀ ਮੈਨੂੰ ਕਹਿੰਦੀ ਹੈ ਕਿ ਪੈਸੇ ਨਹੀਂ ਦੇਣੇ। ਹਲਵਾਈ ਹੈਰਾਨ ਹੋ ਜਾਂਦਾ ਕਿ ਗੁਰੂ ਦੀ ਬਾਣੀ ਕਹਿੰਦੀ ਹੈ ਪੈਸੇ ਨਹੀਂ ਦੇਣੇ। ਕਹਿੰਦੇ ਹਾਂ, ਮੈਨੂੰ ਗੁਰੂ ਦੀ ਬਾਣੀ ਨੇ ਹੁਕਮ ਕੀਤਾ ਹੈ ਕਿ ਪੈਸਾ ਨਹੀਂ ਦੇਣਾ ਕੋਈ। ਕਹਿੰਦੇ ਕਿੱਦਾਂ? ਕਹਿੰਦੇ ਦੇਖ, ਮੈਂ ਰੋਜ਼ ਸਵੇਰੇ ਉੱਠਦਾ, ਮੈਂ ਨਿਤਨੇਮ ਕਰਦਾ, ਮੈਂ ਜਪਜੀ ਸਾਹਿਬ ਪੜ੍ਹਦਾ ਤੇ ਜਪਜੀ ਸਾਹਿਬ ਦੇ ਵਿੱਚ ਮੇਰੀ ਬਾਣੀ ਮੈਨੂੰ ਕਹਿੰਦੀ ਹੈ ਕਿਤੇ ਲੈ ਮੁੱਕਰ ਪਾਏ, ਕਿ ਲੈ ਕੇ ਮੁੱਕਰ ਜਾਓ ਹੈ। ਤੇ ਮੇਰੀ ਬਾਣੀ ਨੇ ਮੈਨੂੰ ਮਨਾ ਕੀਤਾ, ਮੈਂ ਪੈਸੇ ਨਹੀਂ ਦੇਣੇ। ਤੇ ਉਹ ਕਹਿੰਦੇ ਅੱਛਾ। ਉਹ ਚਲੇ ਗਏ ਜੀ ਪਾਤਸ਼ਾਹ ਦੇ ਕੋਲ। ਜਾ ਕੇ ਗੁਰੂ ਗੋਬਿੰਦ ਸਿੰਘ ਜੀ ਤੇ ਪਾਤਸ਼ਾਹ ਜੀ ਦੇ ਸਾਹਮਣੇ ਖੜੇ ਹੋ ਗਏ ਹਲਵਾਈ। ਕਹਿੰਦੇ ਪਾਤਸ਼ਾਹ, ਗੁਰੂ ਜੀ, ਇੱਕ ਬੇਨਤੀ ਹੈ ਆਪ ਜੀ ਦੇ ਚਰਨਾਂ ਦੇ ਵਿੱਚ। ਕਹਿੰਦੇ ਹਾਂਜੀ ਦੱਸੋ। ਤੇ ਕੀ ਕਹਿੰਦੇ ਨੇ? ਕਹਿੰਦੇ ਜੋ ਤੁਹਾਡਾ ਸੁਥਰਾ ਹੈ, ਦੇਖੋ ਸੰਗਤ ਜੀ, ਇਹਦੇ ਚ ਕਿੰਨੇ ਵਡਭਾਗੀ ਸੀ ਕਿ ਤੁਹਾਡਾ ਸੁਥਰਾ, ਉਹਨਾਂ ਨੂੰ ਪਾਤਸ਼ਾਹ ਦਾ ਸੁਥਰਾ, ਕਿੰਨੇ ਚੰਗੇ ਕਰਮ ਸੀ ਉਹਨਾਂ ਦੇ। ਤੇ ਹਲਵਾਈ ਨੇ ਕੀ ਕਿਹਾ? ਕਹਿੰਦੇ ਪਾਤਸ਼ਾਹ, ਇਹ ਜੋ ਤੁਹਾਡਾ ਸੁਥਰਾ ਹੈ ਰੋਜ਼ ਮੇਰੀ ਦੁਕਾਨ ਤੇ ਆਂਦਾ ਹੈ, ਦੁੱਧ ਜਲੇਬੀਆਂ ਖਾਂਦਾ ਹੈ, ਤੇ ਇਹਨੂੰ ਜਦੋਂ ਮੈਂ ਪੈਸੇ ਪੁੱਛਦਾ ਇਹ ਕਹਿੰਦਾ ਕੱਲ ਦੇ ਦਾਂਗਾ। ਔਰ ਪਾਤਸ਼ਾਹ ਕੱਲ ਤੇ
ਹੱਦ ਮੁੱਕ ਗਈ। ਮੈਂ ਪੈਸੇ ਮੰਗੇ ਤੇ ਸੁਥਰੇ ਨੇ ਕਿਹਾ, ਆਪ ਜੀ ਦੇ ਸੁਥਰੇ ਨੇ ਕਿਹਾ ਕਿ ਮੈਨੂੰ ਬਾਣੀ ਦਾ ਹੁਕਮ ਹੈ ਕਿ ਪੈਸੇ ਨਹੀਂ ਦੇਣੇ, ਤੇ ਬਾਣੀ ਮੈਨੂੰ ਕਹਿੰਦੀ ਆ ਕਿ ਪੈਸੇ ਨਹੀਂ ਦੇਣੇ। ਪਾਤਸ਼ਾਹ ਕਹਿੰਦੇ ਅੱਛਾ, ਕਹਿੰਦੇ ਬੁਲਾਓ ਸੁਥਰੇ ਨੂੰ। ਸੁਥਰੇ ਸ਼ਾਹ ਆ ਗਏ। ਕਹਿੰਦੇ ਕਿਉਂ ਭਾਈ ਸੁਥਰਿਆ, ਦੁੱਧ ਜਲੇਬੀ ਖਾਧੀ? ਹਾਂਜੀ ਪਾਤਸ਼ਾਹ ਖਾਧੀ। ਤੇ ਫਿਰ ਪੈਸੇ? ਕਹਿੰਦੇ ਪਾਤਸ਼ਾਹ ਮੈਨੂੰ ਤੇ ਬਾਣੀ ਨੇ ਮਨਾ ਕੀਤਾ। ਮੈਂ ਤੇ ਪਾਤਸ਼ਾਹ ਤੁਸੀਂ ਦੱਸੋ ਮੈਂ ਬਾਣੀ ਮੰਨਾਂ ਕਿ ਨਾ ਮੰਨਾਂ? ਕਹਿੰਦੇ ਬਾਣੀ ਤੇ ਮੰਨਣੀ ਚਾਹੀਦੀ ਹੈ, ਗੁਰੂ ਦੀ ਬਾਣੀ। ਤੇ ਫਿਰ ਪਾਤਸ਼ਾਹ ਮੈਨੂੰ ਬਾਣੀ ਨੇ ਮਨਾ ਕੀਤਾ ਹੈ ਕਿ ਪੈਸੇ ਨਹੀਂ ਦੇਣੇ। ਕਹਿੰਦੇ ਪਾਤਸ਼ਾਹ ਕਹਿੰਦੇ ਕਿੱਦਾਂ ਬਾਣੀ ਨੇ ਮਨਾ ਕੀਤਾ? ਕਹਿੰਦੇ ਪਾਤਸ਼ਾਹ ਦੇਖੋ ਬਾਣੀ 'ਚ ਲਿਖਿਆ ਹੈ ਕੇਤੇ ਲੈ ਲੈ ਮੁੱਕਰ ਪਾਏ, ਤੇ ਇਸ ਲਈ ਮੈਂ ਲੈ ਕੇ ਮੁੱਕਰ ਗਿਆ ਪਾਤਸ਼ਾਹ, ਮੈਂ ਕੋਈ ਪੈਸਾ ਨਹੀਂ ਦੇਣਾ। ਤੇ ਪਾਤਸ਼ਾਹ ਕਹਿੰਦੇ ਅੱਛਾ। ਸੁਥਰੇ ਸ਼ਾਹ ਜੀ ਅਗਲੀ ਪੰਕਤੀ ਪੜੋ। ਤੇ ਸੰਗਤ ਜੀ ਅਗਲੀ ਪੰਕਤੀ ਕੀ ਹੈ? ਕੇਤੇ ਮੂਰਖ ਖਾਏ ਖਾਏ। ਤੇ ਹੁਣ ਸੁਥਰੇ ਸ਼ਾਹ ਜੀ ਨੂੰ ਪਤਾ ਚੱਲ ਗਿਆ ਕਿ ਅਗਲੀ ਪੰਕਤੀ ਜੇ ਮੈਂ ਪੜਾਂਗਾ ਤੇ ਮੈਂ ਫਸ ਜਾਵਾਂਗਾ। ਤੇ ਸੋਚਾਂ 'ਚ ਪੈ ਗਏ। ਪਾਤਸ਼ਾਹ ਕਹਿੰਦੇ ਸੁਥਰਿਆ ਅਗਲੀ ਪੰਕਤੀ ਪੜੋ ਭਾਈ, ਪੜੋ ਅਗਲੀ ਪੰਕਤੀ। ਤੇ ਇਸ ਤੋਂ ਪਹਿਲਾਂ ਕਿ ਕੁਝ ਹੋਰ ਪਾਤਸ਼ਾਹ ਕਹਿੰਦੇ ਨਹੀਂ ਪਾਤਸ਼ਾਹ ਪਹਿਲਾਂ ਮੈਨੂੰ ਤੁਸੀਂ ਦੱਸੋ ਤੁਹਾਡੇ ਕੋਲ ਕਿੰਨੇ ਸਿੱਖ ਨੇ? ਪਾਤਸ਼ਾਹ ਕਹਿੰਦੇ ਮੇਰੇ ਕੋਲ ਤੇ ਬਹੁਤ ਸਾਰੇ ਸਿੱਖ ਨੇ। ਕਹਿੰਦੇ ਨਹੀਂ ਪਾਤਸ਼ਾਹ ਪਹਿਲਾਂ ਮੈਨੂੰ ਤੁਸੀਂ ਦੱਸੋ ਤੁਹਾਡੇ ਕੋਲ ਕਿੰਨੇ ਸਿੱਖ ਨੇ? ਪਾਤਸ਼ਾਹ ਕਹਿੰਦੇ ਮੇਰੇ ਕੋਲ ਤੇ ਕਰੋੜੋਂ ਸਿੱਖ ਨੇ। ਤੇ ਕਹਿੰਦੇ ਪਾਤਸ਼ਾਹ ਤੁਹਾਡੇ ਕੋਲ ਜੇ ਕਰੋੜੋਂ ਸਿੱਖ ਨੇ ਤੇ ਅਗਲੀ ਪੰਕਤੀ ਫਿਰ ਤੁਸੀਂ ਕਿਸੇ ਹੋਰ ਸਿੱਖ ਕੋ ਪੜਾ ਲਓ। ਮੈਨੂੰ ਤੇ ਇਹੀ ਪੰਕਤੀ ਚੰਗੀ ਲੱਗਦੀ ਆ, ਇਸ ਲਈ ਮੈਂ ਤੇ ਇਹੀ ਪੰਕਤੀ ਪੜਾਂਗਾ। ਅਗਲੀ ਪੰਕਤੀ ਪਾਤਸ਼ਾਹ ਜੀ ਤੁਸੀਂ ਕਿਸੇ ਹੋਰ ਸਿੱਖ ਕੋ ਪੜਾ ਲਓ। ਤੇ ਪਾਤਸ਼ਾਹ ਕੀ ਕਹਿੰਦੇ ਨੇ ਧੰਨ ਹੈ ਸੁਥਰਿਆ ਤੂੰ। ਪਾਤਸ਼ਾਹ ਮੁਸਕਰਾਉਣ ਲੱਗ ਪੈਂਦੇ ਨੇ ਔਰ ਕਹਿੰਦੇ ਨੇ, ਫਿਰ ਖਜ਼ਾਨਚੀ ਨੂੰ ਆਵਾਜ਼ ਮਾਰਦੇ ਨੇ, ਕਹਿੰਦੇ ਲਿਆਓ ਜੀ ਤੁਸੀਂ ਆਪਣਾ ਹਿਸਾਬ ਇਹਨਾਂ ਤੋਂ ਮਾਇਆ ਲਿਆਓ ਔਰ ਤੁਸੀਂ ਇਹਨਾਂ ਦਾ ਹਲਵਾਈ ਦਾ ਹਿਸਾਬ ਪੂਰਾ ਕਰੋ। ਤੇ ਜਦੋਂ ਉਹਨਾਂ ਦਾ ਹਲਵਾਈ ਦਾ ਹਿਸਾਬ ਪੂਰਾ ਕਰਦੇ ਨੇ ਤੇ ਸੁਥਰੇ ਸ਼ਾਹ ਜੀ ਕੀ ਕਹਿੰਦੇ ਨੇ? ਕਹਿੰਦੇ ਪਾਤਸ਼ਾਹ ਜਾਣੀ ਤੇ ਮਾਇਆ ਤੁਹਾਡੀ ਹੀ ਹੈ, ਚਾਹੇ ਮੇਰੇ ਹੱਥੋਂ ਜਾਏ ਚਾਹੇ ਤੁਹਾਡੇ ਹੱਥੋਂ ਜਾਏ, ਇਹ ਜੋ ਕੁਝ ਵੀ ਹੈ ਇਹ ਤੇ ਤੁਹਾਡਾ ਹੀ ਹੈ। ਤੇ ਇਸ ਲਈ ਪਾਤਸ਼ਾਹ ਤੁਸੀਂ ਦਿੱਤਾ ਤੁਸੀਂ ਮੈਨੂੰ ਦੋ, ਮੈਂ ਉਹਨੂੰ ਦਵਾਂ। ਪਾਤਸ਼ਾਹ ਇਹ ਤੁਸੀਂ ਆਪਣੇ ਕੋਈ ਰੱਖੋ, ਇਹ ਤੁਹਾਡਾ ਹੀ ਕੰਮ ਹੈ। ਸੰਗਤ ਜੀ ਅਸੀਂ ਕਿੰਨੀ ਜਲਦੀ ਮੁੱਕਰ ਜਾਂਦੇ। ਅਸੀਂ ਤੇ ਕਹਿੰਦੇ ਇਹ ਤੇ ਮੈਂ ਕੀਤਾ, ਇਹਦੇ ਪੈਸੇ ਮੈਂ ਦਿੱਤੇ ਨੇ। ਸਾਡੇ ਅੰਦਰ ਮੈਂ ਕਿੰਨੀ ਜਲਦੀ ਆ ਜਾਂਦੀ ਹੈ। ਤੇ ਇਸ ਤਰ੍ਹਾਂ ਹੀ ਇੱਕ ਵਾਰੀ ਉੱਥੇ ਇੱਕ ਸਾਧੂ ਆ ਜਾਂਦਾ, ਉਹ ਵੀ ਬੜਾ ਅੜਬ ਹੁੰਦਾ। ਆਂਦਾ ਕਹਿੰਦਾ ਜੀ ਮੈਂ ਤੇ ਲੰਗਰ ਛਕਣਾ। ਤੇ ਸੁਥਰੇ ਸ਼ਾਹ ਜੀ ਬਹੁਤ ਸੇਵਾ ਕਰਦੇ ਹੁੰਦੇ ਸੀ। ਜੇ ਬਾਣੀ ਪੜ੍ਹਨੀ ਹੈ ਤੇ ਚਿੱਤ ਲਗਾ ਕੇ ਐਨੀ ਬਾਣੀ 'ਚ ਡੁੱਬ ਜਾਂਦੇ ਹੁੰਦੇ ਸੀ ਕਿ ਉਹਨਾਂ ਨੂੰ ਸੁੱਧ ਨਹੀਂ ਰਹਿੰਦੀ ਸੀ। ਜੇ ਸੇਵਾ ਕਰਨੀ ਹੈ ਤੇ ਐਨੀ ਸੇਵਾ ਕਰਨੀ, ਸਾਰਾ ਦਿਨ ਉਹਨਾਂ ਨੇ ਕਦੀ ਲੰਗਰ ਦੀ ਜਗ੍ਹਾ ਤੇ ਝਾੜੂ ਲਗਾਣਾ, ਲੰਗਰ ਵਰਤਾਣਾ, ਲੰਗਰ ਪਕਾਣਾ, ਲੱਕੜੀਆਂ ਲਿਆਣੀਆਂ, ਲੱਕੜੀਆਂ ਕੱਟਣੀਆਂ, ਸੇਵਾ ਸਿਮਰਨ ਕਰਨੀ। ਔਰ ਜਦੋਂ ਪਾਤਸ਼ਾਹ ਨੂੰ ਹਸਾਣ ਦਾ ਉਹਨਾਂ ਦਾ ਆਂਦਾ ਸੀ ਕਿ ਮੈਂ ਪਾਤਸ਼ਾਹ ਦੇ ਕੋਲ ਬੈਠਣਾ ਹੈ, ਪਾਤਸ਼ਾਹ ਨੂੰ ਹਸਾਣਾ ਹੈ, ਤੇ ਉਹ ਵੀ ਆਪਣੇ ਚਿੱਤ ਦੇ ਨਾਲ ਕਰਦੇ ਹੁੰਦੇ ਸੀ। ਤੇ ਜਦੋਂ ਸਾਧੂ ਆ ਗਿਆ ਇੱਕ, ਔਰ ਉੱਥੇ ਕਹਿੰਦੇ ਸੁਥਰੇ ਸ਼ਾਹ ਜੀ ਨੂੰ ਕਹਿੰਦੇ ਮੈਂ ਲੰਗਰ ਛਕਣਾ ਹੈ। ਤੇ ਸੁਥਰੇ ਸ਼ਾਹ ਜੀ ਕਹਿੰਦੇ ਠੀਕ ਹੈ, ਤੁਸੀਂ ਲੰਗਰ ਛਕਣਾ ਹੈ ਤੇ ਤੁਸੀਂ ਉੱਥੇ ਪੰਗਤ ਵਿੱਚ ਬੈਠ ਜਾਓ। ਤੇ ਉਹ ਕੀ ਕਹਿੰਦੇ ਨੇ ਕਿ ਮੈਂ ਪੰਗਤ 'ਚ ਨਹੀਂ ਬੈਠਣਾ। ਕਿਉਂਕਿ ਮੈਂ ਤੇ ਜਿੱਥੇ ਲੰਗਰ ਪੱਕਦਾ ਹੈ ਮੈਂ ਲੋਹ ਦੇ ਕੋਲ ਬੈਠ ਕੇ ਉੱਥੇ ਹੀ ਲੰਗਰ ਛਕਣਾ। ਤੇ ਉਹ ਤੇ ਜਾ ਕੇ ਬੈਠ ਕੇ ਜਿੱਥੇ ਲੰਗਰ ਪੱਕ ਰਿਹਾ ਹੈ ਲੋਹ ਦੇ ਕੋਲ ਜਾ ਕੇ ਕਹਿੰਦੇ ਨੇ ਆਸਣ ਲੋਏ ਲੋਏ ਭੰਡਾਰ। ਮੈਂ ਤੇ ਬਾਣੀ ਦਾ ਕਹਿਣਾ ਮੰਨਦਾ ਹੈ, ਆਸਣ ਲੋਏ ਲੋਏ ਭੰਡਾਰ। ਮੈਂ ਤੇ ਆਸਣ ਆਪਣਾ ਲੋਹ ਦੇ ਕੋਲ ਲਗਾ ਕੇ ਮੈਂ ਇੱਥੇ ਹੀ ਲੰਗਰ ਛਕਣਾ। ਸੁਥਰੇ ਸ਼ਾਹ ਜੀ ਕਹਿੰਦੇ ਨੇ
ਭਾਈ ਇੱਥੇ ਤੇ ਲੰਗਰ ਪੱਕਦਾ ਹੈ, ਇੱਥੇ ਤੇ ਇਹ ਤੇ ਸੁੱਚੀ ਥਾਂ ਹੈ, ਇੱਥੇ ਤੇ ਲੰਗਰ ਗੁਰੂ ਸਾਹਿਬਾਨ ਕੋਲ ਵੀ ਜਾਂਦਾ ਹੈ, ਇੱਥੇ ਤੇ ਇਹ ਜਗ੍ਹਾ ਤੇ ਲੰਗਰ ਨਹੀਂ ਛਕਣਾ। ਉਹ ਕਹਿੰਦੇ ਨਹੀਂ, ਮੈਂ ਤੇ ਬਾਣੀ ਦਾ ਹੁਕਮ ਮੰਨਣਾ ਹੈ, ਆਸਣ ਲੋਏ ਲੋਏ ਭੰਡਾਰ। ਤੇ ਸੁਥਰੇ ਸ਼ਾਹ ਜੀ, ਉਹਨਾਂ ਦੀ ਅਵਸਥਾ ਬਹੁਤ ਉੱਚੀ ਸੀ, ਉਹ ਚੋਜ ਤੇ ਕਰਦੇ ਹੁੰਦੇ ਸੀ ਪਾਤਸ਼ਾਹ ਦੇ ਨਾਲ, ਪਰ ਉਹ ਚੋਜ ਵਿੱਚ ਵੀ ਸਿੱਖਿਆ ਹੁੰਦੀ ਸੀ ਸਾਰਿਆਂ ਵਾਸਤੇ। ਜੋ ਦੂਜੇ ਸਿੱਖ ਹੁੰਦੇ ਸੀ ਉਹਨਾਂ ਵਾਸਤੇ ਸਿੱਖਿਆ ਹੁੰਦੀ ਸੀ। ਤੇ ਜਦੋਂ ਉਹ ਦੇਖਿਆ ਕਿ ਉਹ ਸਾਧ ਨੇ ਕਹਿਣਾ ਨਹੀਂ ਮੰਨਿਆ, ਤੇ ਉਹ ਕਹਿੰਦੇ ਮੈਂ ਤੇ ਬਾਣੀ ਦਾ ਹੁਕਮ ਮੰਨਦਾ। ਤੇ ਕਹਿੰਦੇ ਅੱਛਾ ਠੀਕ ਹੈ। ਉਹ ਗਏ, ਉਹਨਾਂ ਨੇ ਇੱਕ ਪ੍ਰਸ਼ਾਦੇ ਚੋਂ ਇੱਕ ਛੋਟੀ ਜਿਹੀ ਬੁਰਕੀ ਲਿੱਤੀ, ਉਹਦੇ ਉੱਤੇ ਇੱਕ ਤੁਬਕਾ ਦਾਲ ਦਾ ਪਾਇਆ ਔਰ ਜਾ ਕੇ ਸਾਧ ਨੂੰ ਦੇ ਦਿੱਤੀ। ਕਹਿੰਦੇ ਆ ਲੋ। ਸਾਧ ਨੇ ਪ੍ਰਸ਼ਾਦਾ ਛਕਿਆ, ਤੇ ਹੁਣ ਜਦ ਭੁੱਖ ਲੱਗੀ ਹੈ ਤੇ ਸੰਗਤ ਜੀ ਇੱਕ ਬੁਰਕੀ ਦੇ ਨਾਲ, ਉਹਦੇ ਉੱਤੇ ਇੱਕ ਤੁਬਕੇ ਦੀ ਦਾਲ ਦੇ ਨਾਲ, ਉਹਦੇ ਨਾਲ ਪੇਟ ਥੋੜੀ ਭਰਨਾ। ਤੇ ਉਹਨੇ ਸਾਧ ਨੇ ਉਹ ਖਾ ਲਿਆ, ਛਕ ਲਿਆ, ਔਰ ਕਹਿੰਦੇ ਐਨੇ ਜੀ ਦੇ ਨਾਲ ਮੇਰਾ ਕੀ ਬਣਨਾ, ਮੈਨੂੰ ਤੇ ਹੋਰ ਦੋ। ਤੇ ਸੁਥਰੇ ਸ਼ਾਹ ਜੀ ਨੇ ਕੀ ਕਿਹਾ? ਕਹਿੰਦੇ ਜੇ ਤੁਸੀਂ ਬਾਣੀ ਦਾ ਹੁਕਮ ਮੰਨਦੇ ਹੋ ਤੇ ਅਸੀਂ ਵੀ ਬਾਣੀ ਦਾ ਹੁਕਮ ਮੰਨਦੇ ਹਾਂ, ਤੇ ਬਾਣੀ 'ਚ ਲਿਖਿਆ ਹੈ ਜੋ ਕਿਛ ਪਾਇਆ ਸੋ ਏਕਾ ਵਾਰ, ਕਿ ਜੋ ਮਿਲ ਗਿਆ ਇੱਕ ਵਾਰ ਉਹਦੇ 'ਚ ਹੁਣ ਤੁਸੀਂ ਸੰਤੁਸ਼ਟ, ਜੋ ਮਿਲ ਗਿਆ ਇੱਕੋ ਵਾਰ 'ਚ, ਹੁਣ ਇੱਕੋ ਵਾਰ 'ਚ ਲੈ ਕੇ ਹੁਣ ਤੁਸੀਂ ਸਬਰ ਕਰੋ। ਤੇ ਬਾਣੀ ਪੜ੍ਹਨੀ, ਬਾਣੀ ਸਮਝਣੀ, ਬਾਣੀ ਨੂੰ ਆਪਣੇ ਹਿਰਦੇ 'ਚ ਵਸਾਣਾ, ਇੰਨੀ ਉਹਨਾਂ ਦੀ ਅਵਸਥਾ ਉੱਚੀ ਸੀ। ਜਦੋਂ ਸੰਗਤ ਜੀ ਹੁਣ ਹੋਲੀ ਆ ਰਹੀ ਹੈ, ਤੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹੋਲਾ ਮਹੱਲਾ ਸ਼ੁਰੂ ਕੀਤਾ, ਆਰੰਭ ਕੀਤਾ, ਉਹਨਾਂ ਨੇ ਜਦੋਂ ਹੋਲਾ ਮਹੱਲਾ ਸ਼ੁਰੂ ਕੀਤਾ ਪਾਤਸ਼ਾਹ ਨੇ, ਉਸ ਤੋਂ ਪਹਿਲਾਂ ਵੀ ਹੋਲੀ ਖੇਡੀ ਜਾਂਦੀ ਸੀ, ਰੰਗ ਖੇਡਿਆ ਜਾਂਦਾ ਸੀ। ਹੋਲੀ ਖੁਸ਼ੀ ਦਾ ਤਿਉਹਾਰ, ਰੰਗਾਂ ਦਾ ਤਿਉਹਾਰ। ਪਰ ਜਦੋਂ ਪਾਤਸ਼ਾਹ ਨੇ ਦੇਖਿਆ ਕਿ ਰੰਗ ਉਡਾਨ ਦੇ ਵਿੱਚ, ਰੰਗ ਖੇਡਣ 'ਚ, ਖੁਸ਼ੀ ਦੇ ਵਿੱਚ, ਤੇ ਕਈ ਜਗ੍ਹਾ ਤੇ ਲੋਕਾਂ ਨੇ ਇਹ ਖੁਸ਼ੀ ਦੇ ਤਿਉਹਾਰ 'ਚ ਨੁਕਸਾਨ ਵੀ ਕਰਨਾ ਸ਼ੁਰੂ ਕਰ ਦਿੱਤਾ। ਕਿਸ ਤਰ੍ਹਾਂ ਕਿ ਸੰਗਤ ਜੀ ਹੁਣ ਵੀ ਅਸੀਂ ਦੇਖਦੇ ਹਾਂ, ਜਦੋਂ ਅੱਜ ਕੱਲ ਰੰਗ ਵਿੱਚ ਵੀ ਕਈ ਕੁਝ ਮਿਲਾ ਕੇ ਇੱਕ ਦੂਜੇ ਦੇ ਉੱਤੇ ਪਾ ਦਿੰਦੇ ਨੇ, ਕੋਈ ਪੇਂਟ ਮਾਰ ਦਿੰਦਾ, ਕੋਈ ਕੁਝ ਮਾਰ ਦਿੰਦਾ। ਔਰ ਉਸ ਟਾਈਮ ਤੇ ਮੁਗਲਾਂ ਦੇ ਟਾਈਮ ਤੇ ਉਦੋਂ ਇਹ ਯੁੱਧ ਵੀ ਹੁੰਦੇ ਸੀ, ਤੇ ਉਹਦੇ ਵਿੱਚ ਇਹ ਨੁਕਸਾਨ ਵੀ ਬੜੇ ਹੁੰਦੇ ਸੀ। ਤੇ ਸੰਗਤ ਨੇ ਦੇਖਿਆ, ਜਦੋਂ ਪਾਤਸ਼ਾਹ ਨੇ ਦੇਖਿਆ ਕਿ ਇਹ ਹੋਲੀ ਦੀ ਆੜ ਦੇ ਵਿੱਚ ਇਹ ਨੁਕਸਾਨ ਵੀ ਹੋਣ ਲੱਗ ਗਏ ਨੇ, ਤੇ ਉਹਨਾਂ ਨੇ ਖਾਲਸੇ ਨੂੰ ਹੁਕਮ ਕੀਤਾ ਕਿ ਤੁਸੀਂ ਹੋਲੀ ਵਾਲੇ ਦਿਨ ਇਕੱਠੇ ਹੋਵੋਗੇ ਅਨੰਦਪੁਰ ਸਾਹਿਬ, ਔਰ ਤੁਸੀਂ 5-5 ਸ਼ਸਤਰ ਲੈ ਕੇ ਆਓਗੇ। ਤੇ ਸਾਰੇ ਖਾਲਸਾ 5-5 ਸ਼ਸਤਰ, ਕੋਈ ਵੀ ਤੁਸੀਂ 5-5 ਸ਼ਸਤਰ ਲੈ ਕੇ ਆਓਗੇ। ਤੇ ਸਾਰੇ ਸ਼ਸਤਰ ਲੈ ਕੇ ਆਣ ਲੱਗ ਗਏ। ਤੇ ਪਾਤਸ਼ਾਹ ਵੀ ਜੋ ਉਦੋਂ ਪਾਬੰਦੀਆਂ ਸੀ ਕਿ ਇਹ ਔਰੰਗਜ਼ੇਬ ਬਾਦਸ਼ਾਹ, ਇਹ ਪਾਬੰਦੀਆਂ ਸੀ ਕਿ ਕੋਈ ਕਲਗੀ ਨਹੀਂ ਲਗਾਏਗਾ, ਕੋਈ ਦਸਤਾਰ ਮਤਲਬ ਕਿ ਕੋਈ ਪਗੜੀ ਨਹੀਂ ਬੰਨੇਗਾ, ਕੋਈ ਝੰਡਾ ਨਹੀਂ ਚੁੱਕੇਗਾ, ਕੋਈ ਨਗਾੜਾ ਨਹੀਂ ਵਜਾਏਗਾ, ਕੋਈ ਸ਼ਸਤਰ ਨਹੀਂ ਧਾਰਨ ਕਰ ਸਕਦਾ। ਇਹ ਸਾਰੀਆਂ ਚੀਜ਼ਾਂ ਪਾਤਸ਼ਾਹ ਧਾਰਨ ਕਰਕੇ ਉਹਨਾਂ ਨੇ ਆਪਣੀ ਫੌਜ ਤਿਆਰ ਕੀਤੀ। ਜੋ ਪਾਬੰਦੀਆਂ ਉਹਨਾਂ ਨੇ ਲਗਾਈਆਂ ਸੀ ਲੋਕਾਂ ਵਾਸਤੇ, ਉਹ ਪਾਤਸ਼ਾਹ ਨੇ ਆਪਣੀ ਫੌਜ ਤਿਆਰ ਕੀਤੀ, ਸਾਰਿਆਂ ਨੂੰ ਸ਼ਸਤਰਧਾਰੀ ਕੀਤਾ। ਤੇ ਹੋਲੀ ਦੇ ਦਿਨ ਤੇ ਅਗਲੇ ਦਿਨ ਉਹਨਾਂ ਨੇ 5 ਪਿਆਰਿਆਂ ਦੇ ਉੱਤੇ ਗੁਲਾਲ ਸੁੱਟਿਆ, 5 ਪਿਆਰਿਆਂ ਨੇ ਪਾਤਸ਼ਾਹ ਦੇ ਉੱਤੇ ਗੁਲਾਲ ਸੁੱਟਿਆ। ਉੱਥੇ ਭਾਈ ਨੰਦ ਲਾਲ ਜੀ ਵੀ ਸੀਗੇ। ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਅਸੀਂ ਪੜ੍ਹਦੇ ਹਾਂ, ਅਸੀਂ ਉਹਨਾਂ ਦੀਆਂ ਸਾਖੀਆਂ ਸੁਣਦੇ ਹਾਂ। ਸੰਗਤ ਜੀ, ਉਹਨਾਂ ਜਿੰਨਾ ਪ੍ਰੇਮ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕੀਤਾ ਹੈ, ਜਿੰਨੀ ਰਚਨਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਤੇ ਕੀਤੀ ਹੈ, ਉਹਨਾਂ 'ਚ ਉਹਨਾਂ ਦਾ ਪਿਆਰ ਇੰਨਾ ਜ਼ਿਆਦਾ ਹੈ। ਜਦੋਂ
ਪਾਤਸ਼ਾਹ ਦੇ ਉੱਤੇ ਰੰਗ, ਉਹਨਾਂ ਨੇ 5 ਪਿਆਰਿਆਂ ਦੇ ਉੱਤੇ ਗੁਲਾਲ ਸੁੱਟਿਆ। ਔਰ ਪਿਆਰਿਆਂ ਨੇ ਜਦੋਂ ਪਾਤਸ਼ਾਹ ਦੇ ਉੱਤੇ ਗੁਲਾਲ ਸੁੱਟਿਆ ਤੇ ਨੰਦ ਲਾਲ ਜੀ ਨੇ ਉਦੋਂ ਇੱਕ ਗਜ਼ਲ ਦੀ ਰਚਨਾ ਕੀਤੀ। ਗਜ਼ਲ ਉਹ ਜਦੋਂ ਗਾ ਰਹੇ ਸੀ, ਉਹਦਾ ਭਾਵ ਸੀ ਕਿ ਜੋ ਵੀ ਇਹ ਬਸੰਤ ਰਿਤੂ ਆਈ ਹੈ, ਇਹ ਜੋ ਵੀ ਬਸੰਤ ਰਿਤੂ ਚ ਜਿੰਨੇ ਇਹ ਫੁੱਲ ਖਿੜੇ ਨੇ, ਜੋ ਇਹ ਵਨਸਪਤੀ ਤੇ ਜਿੰਨੀ ਵੀ ਹਰਿਆਲੀ ਆਈ ਹੈ, ਇਹ ਕਿੱਥੋਂ ਆਈ ਹੈ? ਇਹ ਜਦੋਂ ਮੇਰਾ ਪਾਤਸ਼ਾਹ, ਜਦੋਂ ਮੇਰਾ ਗੁਰੂ ਗੋਬਿੰਦ ਸਿੰਘ ਦੇ ਲੱਭ ਤੇ ਜੋ ਮੁਸਕਰਾਹਟ ਆਈ ਹੈ, ਉਸ ਦੇ ਕਾਰਨ ਇਹ ਸਾਰੀ ਹਰਿਆਵਲ ਹੋਈ ਹੈ, ਇਹ ਸਾਰੇ ਸੰਸਾਰ ਤੇ ਖੁਸ਼ੀਆਂ ਆਈਆਂ, ਇਹ ਸਾਰੇ ਰਿਤੂ ਬਸੰਤ ਦੀ ਇਹ ਮੇਰੇ ਪਾਤਸ਼ਾਹ ਦੇ ਮੁਸਕਰਾਉਣ ਤੇ ਆਈ ਹੈ। ਉਹਨਾਂ ਦੀ ਰਚਨਾ ਜੋ ਉਹਨਾਂ ਨੇ ਰਚੀ, ਉਹ ਆਪਣੀ ਗਜ਼ਲ ਗਾ ਰਹੇ ਸੀ ਤੇ ਸਾਰਾ ਖਾਲਸਾ ਪਾਤਸ਼ਾਹ ਦਾ ਇਹ ਸ਼ਸਤਰ ਲੈ ਕੇ, ਸ਼ਸਤਰ ਧਾਰਨ ਕਰਕੇ ਉਹਨਾਂ ਦੀ ਗਜ਼ਲ ਸੁਣ ਰਿਹਾ ਸੀ ਤੇ ਸਾਰਿਆਂ ਦੇ ਉੱਤੇ ਲਾਲ ਗੁਲਾਲ ਸੀਗਾ। ਤੇ ਜਦੋਂ ਇਹਦੇ ਵਿੱਚ ਆ ਗਏ ਸਾਡੇ ਸੁਥਰੇ ਸ਼ਾਹ ਜੀ, ਜਦੋਂ ਸੁਥਰੇ ਸ਼ਾਹ ਜੀ ਆਏ, ਸਾਰੀ ਸੰਗਤ ਬੈਠੀ ਹੈ, ਵਿੱਚ ਪਾਤਸ਼ਾਹ ਬੈਠੇ ਨੇ ਤੇ ਐਦਾਂ ਪਾਤਸ਼ਾਹ ਉਹਨਾਂ ਦੇ ਵਿੱਚ ਸ਼ੋਭਾ ਪਾ ਰਹੇ ਸੀ ਜਿਸ ਤਰ੍ਹਾਂ ਕਿ ਤਾਰਿਆਂ ਦੇ ਵਿੱਚ ਸੂਰਜ ਸ਼ੋਭਾ ਪਾਉਂਦਾ ਹੈ। ਤੇ ਨੰਦ ਲਾਲ ਜੀ ਆਪਣੀ ਰਚਨਾ ਪੜ ਰਹੇ ਸੀ, ਪਾਤਸ਼ਾਹ ਨੂੰ ਗਜ਼ਲ ਸੁਣਾ ਰਹੇ ਸੀ ਤੇ ਉੱਥੇ ਸੁਥਰੇ ਸ਼ਾਹ ਜੀ ਆਏ, ਸਾਰਿਆਂ ਦੇ ਉੱਤੇ ਲਾਲ ਗੁਲਾਲ। ਪਰ ਸੁਥਰੇ ਸ਼ਾਹ ਜੀ ਆ ਗਏ, ਪੂਰੇ ਮੂੰਹ ਤੇ ਕਾਲਾ ਰੰਗ, ਕੱਪੜੇ ਸਾਰੇ ਕਾਲੇ ਪਾਏ, ਪੂਰੇ ਹੱਥ ਪੈਰ ਉਹਨਾਂ ਨੇ ਕਾਲੇ ਰੰਗ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਕਾਲਾ ਕੀਤਾ ਹੋਇਆ। ਤੇ ਆ ਕੇ ਜਿੱਥੇ ਸੰਗਤ ਨੇ ਜੋੜੇ ਉਤਾਰੇ ਸੀ, ਉੱਥੇ ਆ ਕੇ ਮੱਥਾ ਟੇਕਣ ਲੱਗ ਗਏ। ਮੱਥਾ ਟੇਕਣ ਤੋਂ ਬਾਅਦ ਉਹ ਖਾਲਸੇ ਦੀ ਪਰਿਕਰਮਾ ਕਰਨ ਲੱਗ ਗਏ। ਤੇ ਖਾਲਸਾ ਕਹਿੰਦੇ, ਸਿੱਖ ਪਾਤਸ਼ਾਹ ਦੇ ਕਹਿੰਦੇ ਦੇਖੋ ਪਾਤਸ਼ਾਹ, ਇਹ ਚੰਦਰਾ ਮੱਲ ਹੈ ਨਾ, ਇਹ ਚੰਦਰੀਆਂ ਗੱਲਾਂ ਤੇ ਇਸਨੇ ਜ਼ਰੂਰ ਕਰਨੀਆਂ ਨੇ, ਇਹਨਾਂ ਨੇ ਪੁੱਠੀਆਂ ਗੱਲਾਂ ਤੇ ਜ਼ਰੂਰ ਕਰਨੀਆਂ ਨੇ। ਤੇ ਪਾਤਸ਼ਾਹ ਨੇ ਬੁਲਾਇਆ, ਕਹਿੰਦੇ ਹਾਂ ਭਾਈ ਸੁਥਰਿਆ, ਕੀ ਗੱਲ ਹੈ? ਸਾਰਿਆਂ ਨੇ ਲਾਲ ਰੰਗ ਸਾਰਿਆਂ ਉੱਤੇ, ਤੇ ਤੁਸੀਂ ਕੀ ਕਾਲੇ ਕੱਪੜੇ, ਕਾਲਾ ਰੰਗ ਲੈ ਕੇ ਆ ਗਏ, ਇਹ ਕੀ ਹੈ? ਪਰ ਇਹ ਬ੍ਰਹਮ ਗਿਆਨੀ ਸੀ ਸੰਗਤ ਜੀ, ਇਹਨਾਂ ਦੀ ਬਾਣੀ ਇਹਨਾਂ ਦੇ ਵਸੀ ਹੋਈ ਸੀ, ਇਹਨਾਂ ਦੀ ਅਵਸਥਾ ਬਹੁਤ ਉੱਚੀ ਸੀ। ਉਹਨਾਂ ਨੂੰ ਪਤਾ ਸੀ ਕਿ ਇਹ ਜੋ ਹੋਲੀ ਦੇ ਵਿੱਚ ਇਹ ਜੋ ਖਾਲਸਾ, ਜਦੋਂ ਕਿਉਂਕਿ ਪਾਤਸ਼ਾਹ ਨੇ ਸਾਰਿਆਂ ਨੂੰ ਕਿਹਾ ਸੀ ਕਿ ਤੁਸੀਂ ਸ਼ਸਤਰ ਲੈ ਕੇ ਆਣੇ ਨੇ, ਤੇ ਉਹਨਾਂ ਨੇ ਆਪਣੀ ਫੌਜ ਤਿਆਰ ਕਰ ਲਈ ਸੀ ਤੇ ਔਰ ਉਹਨਾਂ ਨੇ ਚੁੱਪ ਕੇ ਤੇ ਐਲਾਨ ਕੀਤਾ ਨਹੀਂ ਸੀ, ਉਹਨਾਂ ਨੇ ਤੇ ਕਿਹਾ ਸੀ ਸਾਰਾ ਖਾਲਸਾ ਮੇਰਾ ਆਏ। ਤੇ ਜੋ ਪਹਾੜੀ ਰਾਜੇ ਸੀ, ਉਹਨਾਂ ਦੇ ਜਿਹੜੇ ਉਹ ਭੇਦੀ ਹੁੰਦੇ ਨੇ, ਔਰੰਗਜ਼ੇਬ ਦੇ ਜੋ ਭੇਦੀ ਹੁੰਦੇ ਨੇ, ਇਹ ਵੀ ਉੱਥੇ ਧਾਰਨ, ਆਪਣਾ ਵੇਸ਼ ਧਾਰਨ, ਦੂਸਰੇ ਉਹਨਾਂ ਦੇ ਵੇਸ਼ ਪਾ ਕੇ ਆਏ ਸੀ। ਉਹਨਾਂ ਦੇ ਜਿਹੜੇ ਭੇਦੀ ਆਏ ਹੋਏ ਸੀ ਦੇਖਣ ਵਾਸਤੇ ਕਿ ਗੁਰੂ ਸਾਹਿਬਾਨ ਕੀ ਆਪਣੇ ਖਾਲਸੇ ਨੂੰ ਹੁਕਮ ਦਿੰਦੇ ਨੇ, ਗੁਰੂ ਸਾਹਿਬਾਨ ਨੇ ਸ਼ਸਤਰ ਕਿਉਂ ਮੰਗਾਏ ਨੇ, ਇਹ ਕੀ ਕਰਦੇ ਨੇ, ਉਹ ਉਹਨਾਂ ਦਾ ਭੇਦ ਲੈਣ ਆਏ ਸੀ। ਪਰ ਇਹ ਸਭ ਸੁਥਰੇ ਸ਼ਾਹ ਜੀ ਨੂੰ ਪਤਾ ਸੀ। ਤੇ ਸੁਥਰੇ ਸ਼ਾਹ ਜੀ ਕੀ ਕਹਿੰਦੇ ਨੇ, ਉਹਨਾਂ ਨੂੰ ਸੁਣਾਉਂਦੇ ਨੇ, ਕਹਿੰਦੇ ਨੇ ਪਾਤਸ਼ਾਹ ਤੁਸੀਂ ਇੰਨੇ ਸੁੰਦਰ ਲੱਗ ਰਹੇ ਹੋ, ਤੁਹਾਡਾ ਖਾਲਸਾ ਇੰਨਾ ਸੁੰਦਰ ਲੱਗ ਰਿਹਾ ਹੈ, ਸਾਰਾ ਇੰਨਾ ਖੁਸ਼ੀ ਦਾ ਮਾਹੌਲ ਹੈ, ਤੇ ਪਾਤਸ਼ਾਹ ਮੈਂ ਕਾਲਾ ਆਪਣੇ ਆਪ ਨੂੰ ਇਸ ਲਈ ਬਣ ਕੇ ਆਇਆ ਹਾਂ ਕਿ ਮੇਰੇ ਪਾਤਸ਼ਾਹ ਨੂੰ, ਮੇਰੇ ਪਾਤਸ਼ਾਹ ਦੇ ਖਾਲਸੇ ਨੂੰ ਕਿਸੇ ਪਹਾੜੀ ਰਾਜੇ ਦੀ, ਕਿਸੇ ਰਾਜੇ ਦੀ ਨਜ਼ਰ ਨਾ ਲੱਗੇ। ਪਾਤਸ਼ਾਹ ਮੈਂ ਤੇ ਨਜ਼ਰ ਬੱਟੂ ਬਣ ਕੇ ਆਇਆ ਮੈਂ। ਔਰ ਇਹਨਾਂ ਨੇ ਗੱਲਾਂ ਚ ਕੀ ਦੱਸਤਾ ਕਿ ਗੁਰੂ ਨੂੰ ਕਿਸੇ ਦਾ ਡਰ ਨਹੀਂ, ਗੁਰੂ ਨੂੰ ਕਿਸੇ ਦੀ ਨਜ਼ਰ ਨਹੀਂ ਲੱਗ ਸਕਦੀ, ਗੁਰੂ ਕੋਈ ਵੀ ਕੰਮ ਛੁਪ ਕੇ ਨਹੀਂ ਕਰਦਾ, ਗੁਰੂ ਨਿਡਰ ਹੈ ਔਰ ਗੁਰੂ ਦਾ ਖਾਲਸਾ ਵੀ ਨਿਡਰ ਹੈ। ਬੇਸ਼ੱਕ ਕੋਈ ਕਿੰਨਾ ਵੀ ਭੇਦ ਪਾਣ ਨੂੰ ਆ ਜਾਏ, ਪਰ ਉਹ ਗੁਰੂ ਨੂੰ ਕੋਈ ਹਰਾ ਨਹੀਂ ਸਕਦਾ, ਗੁਰੂ ਦੇ ਖਾਲਸੇ ਨੂੰ ਕੋਈ ਹਰਾ ਨਹੀਂ ਸਕਦਾ। ਕਿਉਂ? ਕਿਉਂਕਿ ਗੁਰੂ ਨੇ ਆਪਣੀਆਂ ਸ਼ਕਤੀਆਂ ਆਪਣੇ ਖਾਲਸੇ ਚ ਭਰੀਆਂ ਨੇ। ਗੁਰੂ ਨੇ ਆਪਣੇ ਆਪ ਤੱਕ ਕੋਈ ਆਪਣਾ
भेद नहीं रखिया। गुरु ने अपना हर एक भेद, हर एक अपना अपनी शक्ति, अपनी अडोलता, अपना अपना हर एक चीज उन्होंने अपने खालसे दे नाल सांझी कीती है। बाणी बाणा हर एक चीज खालसे दे नाल सांझी कीती है। इसलिए गुरु और गुरु दे खालसे दे विच कोई भेद नहीं है। कोई ओनू हरा नहीं सकता, कोई ओदा भेद पा भी नहीं सकता। ते संगत जी इन्नी सेवा, इन्नी सिमरन इन्हां ने कीती। अगली बार असी साखी करांगे जदों ये पातशाह वास्ते स्वाह दी भेट लैके आए। ते संगत जी आओ असी शब्द पढ़दे हां, क्योंकि हुण समय हो गया है। असी अगली साखी सुथरे शाह जी दी अगली बार करांगे। ते आओ हुण असी मिलके सब शब्द पढ़दे हां।
बचन चाली ब्रह्म ठाए, सो ब्रह्म बतायो गुर मन ही माहे, सो ब्रह्म बतायो गुर मन ही माहे। ओहाँ तो जाइए जो इहाँ न होए, ओहाँ तो जाइए जो इहाँ न होए। जहाँ जाइए तह जल बखान, जहाँ जाइए तह जल बखान, तो पूर रहो है सब समान, तो पूर रहो है सब समान। वेद पुराण सब देखे जोए,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ